मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर गरबास न परिया रे। मोरी रोण चुण लाया, भैणे सावण आया। सावण सरसी कामणी, चरण कमल स्यों प्यार। मन तन रता सच रंग, इको नाम आधार। नानक सावण जे वसै, चाहो ओ माहा होए। नागां मिर्गां मच्छियां, रसियां घर धन होए। नानक सावण जे वसै, चौवे छोड़ा होए। गाई पुत्ता निर्धना, पंथी चाकर होए। तेरा अंत न जाए लखिया, अकथ न जाए हर कथया। नानक जिन कौ सतगुर मिलिया, तिनका लेखा निबड़िया। सच पुराना होवे नाही, सीता कदे न पाटै। नानक साहिब सचो सच्चा, चर जापी जापै महला पहला। सच की साची सच सब सार, आड़त तिसकी अपने बार। सबदे शान खाई नाए, गुण की ठेकै विच समाए। इसदा पुठा होवे सेक, लोभू लग कथा वेक। होए हलाल लगे हक जाए, नानक धरती दान समाए। महिला पहला कमर कटारा कंकुड़ा, कंके कर सवार। गर्भ न कीजै नानका, मत सिर आवे भार पौड़ी। सो सत संगत शब्द मिलै, जो गुरमुख चलै। सच ध्याए न से सचे, जिन हर भज धन फुलै। भगत सहण गुण गावगे, गुरमत चलै। रतन विचार मन वसिया, गुर कै शब्द है। आपे मेल मिलाएगा,
ਆਪੇ ਦੇ ਵਡਿਆਈ। ਵਾਹ 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 ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਆਪੇ ਮੇਲ ਮਿਲਾਏਗਾ ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਸਤ ਸੰਗਤ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਰਾਮ ਕਲੀ ਰਾਗ ਦੀ ਪਹਿਲੀ ਵਾਰ ਦੁਆਰਾ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਵਾਰ ਦੀਆਂ 21 ਪੌੜੀਆਂ ਹਨ ਔਰ ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ, ਜੋ ਇਹ ਰਾਮ ਕਲੀ ਰਾਗ ਦੀ ਤਿੰਨਾਂ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਹੈ। ਜੋ ਅੱਜ ਦਾ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਹ 19ਵੀਂ ਪੌੜੀ ਸ਼ਲੋਕਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। 955 ਔਰ 56 ਅੰਗ ਤੇ ਇਹ ਸਤਿਗੁਰੂ ਜੀ ਦਾ ਅੱਜ ਦਾ ਪਵਿੱਤਰ ਉਪਦੇਸ਼ ਅੰਕਿਤ ਹੈ, ਸੋਭਨੀਤ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਜੋ ਜੀਵ ਰੂਪ ਇਸਤਰੀ ਹੈ, ਇਸ ਦਾ ਪਰਮਾਤਮਾ ਪਤੀ ਦੇ ਨਾਲ ਕਿਵੇਂ ਮਿਲਾਪ ਹੋਵੇ। ਤਾਂ ਮਹਾਰਾਜ ਸਾਹਿਬ ਜੀ ਜੋ ਪਹਿਲਾ ਸ਼ਲੋਕ ਹੈ, ਜੀਵ ਇਸਤਰੀ ਦਾ ਪਰਮਾਤਮਾ ਪਤੀ ਦੇ ਨਾਲ ਮਿਲਾਪ ਕਿਵੇਂ ਹੋਵੇ, ਇੱਕ ਕੱਪੜੇ ਦਾ ਦ੍ਰਿਸ਼ਟਾਂਤ ਦੇ ਕਰਕੇ ਸਤਿਗੁਰੂ ਜੀ ਵਸਤਰ ਦਾ ਦ੍ਰਿਸ਼ਟਾਂਤ ਦੇ ਕਰਕੇ ਐਸਾ ਇਹ ਮਿਲਾਪ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ। ਨੀਲ ਪਿਆਇਆ ਕੱਤ ਬਣਾਇਆ। ਮਹਾਰਾਜ ਸਾਹਿਬ ਜੀ ਦੱਸਦੇ ਵੀ ਇੱਕ ਕੱਪੜਾ ਕਿਵੇਂ ਤਿਆਰ ਹੁੰਦਾ। ਇੱਕ ਕੱਪੜਾ ਬਣਨ ਤੀਕ, ਇੱਕ ਵਸਤਰ ਤਿਆਰ ਹੋਣ ਤੀਕ ਵੀ ਇਹਨੂੰ ਕਿੰਨਾ ਸਫ਼ਰ ਕਰਨਾ ਪੈਂਦਾ ਹੈ, ਕਿਹੜੀਆਂ ਕਿਹੜੀਆਂ ਕਠਿਨਾਈਆਂ ਥਾਣੀ ਲੰਘਣਾ ਪੈਂਦਾ, ਫਿਰ ਜਾ ਕੇ ਇੱਕ ਕੱਪੜਾ ਹੀ ਤਿਆਰ ਹੁੰਦਾ। ਪਹਿਲਾਂ ਤੇ ਰੂੰ ਜਿਹੜਾ ਹੈ, ਕਪਾਹ ਹੈ, ਰੂੰ ਹੈ, ਉਸ ਨੂੰ ਵੇਲਣੇ ਵਿੱਚ ਪਾ ਕੇ ਵੇਲਿਆ ਜਾਂਦਾ। ਫਿਰ ਪਿੰਜਾਇਆ, ਪੇਂਜੇ ਵਿੱਚ ਪਾ ਕੇ ਉਹਨੂੰ ਪਿੰਜਿਆ ਜਾਂਦਾ। ਫਿਰ ਕੱਤ, ਉਹਨੂੰ ਕੱਤਿਆ ਜਾਂਦਾ। ਪਿਛਲੇ ਸਮੇਂ 'ਚ ਮਾਈਆਂ ਚਰਖੇ ਨਾਲ ਵੀ ਕੱਤਦੀਆਂ ਹੁੰਦੀਆਂ ਸੀ। ਅੱਜ ਕੱਲ੍ਹ ਤੇ ਹੋਰ ਕਈ ਤਰ੍ਹਾਂ ਦੀਆਂ ਮਸ਼ੀਨਾਂ ਲੱਗ ਗਈਆਂ, ਫੈਕਟਰੀਆਂ ਲੱਗ ਗਈਆਂ, ਪਰ ਪਹਿਲਾਂ ਸਭ ਕੁਝ ਆਪਣੇ ਹੱਥੀਂ ਕੀਤਾ ਜਾਂਦਾ ਸੀ। ਪੇਂਜੇ ਧਾਲੇ ਵੀ ਲੱਗੇ ਹੈਗੇ ਆਪਣੇ ਸ਼ਹਿਰਾਂ ਦੇ ਵਿੱਚ। ਜਦੋਂ
ਉਹ ਪਿੰਜੇ ਦੇ ਵਿੱਚ ਪਾ ਕਰਕੇ ਤੁੰਬਾ ਉਡਾ ਦਿੱਤਾ ਜਾਂਦਾ। ਵੇਲਣੇ 'ਚ ਪਾ ਕੇ ਕਿਵੇਂ ਵੇਲਿਆ ਜਾਂਦਾ ਹੈ, ਪਿੰਜੇ 'ਚ ਪਾ ਕੇ ਕਿਵੇਂ ਪਿੰਜਿਆ ਜਾਂਦਾ ਹੈ, ਫਿਰ ਉਹਨੂੰ ਕੱਤਿਆ ਜਾਂਦਾ ਹੈ, ਉਹਦੀਆਂ ਪੂਣੀਆਂ ਬਣਾ ਕੇ ਕੱਤਣ ਤੋਂ ਬਾਅਦ ਉਸਨੂੰ ਬੁਣਾਇਆ, ਉਹਨੂੰ ਉਣਾਇਆ ਜਾਂਦਾ ਹੈ। ਫਿਰ ਕਾਰੀਗਰ ਉਸਨੂੰ ਉਣਦੇ ਹਨ। ਇਹਨਾਂ ਸਾਰਿਆਂ ਰਸਤਿਆਂ ਥਾਣੀ ਕੱਪੜਾ ਬਣਨ ਵਾਸਤੇ ਉਸਨੂੰ ਲੰਘਣਾ ਪੈਂਦਾ ਹੈ। ਤੇ ਫਿਰ ਉਸਨੂੰ ਕੱਟਿਆ ਜਾਂਦਾ ਹੈ, ਫਿਰ ਕੁੱਟਿਆ ਜਾਂਦਾ ਹੈ, ਕੱਟ ਕੇ ਕੁੱਟ ਕੇ ਫਿਰ ਉਹਨੂੰ ਖੁੰਬ ਚੜਾਇਆ ਜਾਂਦਾ ਹੈ। ਉਹ ਪਾਣੀ 'ਚ ਫਰਕੜੀ ਆਦਿਕ ਪਾ ਕਰਕੇ ਉਹਨੂੰ ਖੁੰਬ ਚਾੜਦੇ ਹਨ। ਤੋ ਇਸ ਤਰੀਕੇ ਦੇ ਨਾਲ ਉਹਨੂੰ ਖੁੰਬ ਤੇ ਚੜਾਇਆ ਜਾਂਦਾ ਹੈ। ਲੋਹਾ ਵੱਡੇ ਦਰਜੀ ਪਾੜੇ। ਫਿਰ ਲੋਹਾ ਉਹਨੂੰ ਵੱਢਦਾ ਹੈ, ਦਰਜੀ ਉਹਨੂੰ ਪਾੜਦਾ ਹੈ। ਪਹਿਲਾਂ ਉਹਦਾ ਥਾਣ ਤਿਆਰ ਹੋ ਗਿਆ, ਫਿਰ ਉਹਨੂੰ ਲੋਹਾ ਵੱਢਦਾ ਹੈ। ਉਹ ਕੈਂਚੀ ਲੋਹੇ ਦੀ ਹੁੰਦੀ ਹੈ ਨਾ, ਤਾਂ ਕਰਕੇ ਆਖਿਆ ਲੋਹਾ ਵੱਢੇ, ਕਿ ਲੋਹਾ ਵੱਢਦਾ ਫਿਰ ਉਸਨੂੰ, ਕੈਂਚੀ ਲੋਹੇ ਦੀ ਵੱਢਦੀ ਹੈ ਉਸਨੂੰ। ਪਹਿਲਾਂ ਉਹ ਥਾਣ ਦੇ ਨਾਲ ਉਹ ਵੱਢਿਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਦਰਜੀ ਦੇ ਹੱਥਾਂ ਵਿੱਚ ਆਉਂਦਾ ਹੈ। ਜਿੰਨਾ ਕਿ ਕਿਸੇ ਨੇ ਵਢਾ ਕੇ ਲਿਆਂਦਾ, ਕਿਸੇ ਨੇ 5 ਮੀਟਰ ਲੈ ਆਂਦਾ, ਕਿਸੇ ਨੇ 5.5 ਮੀਟਰ ਲੈ ਆਂਦਾ, ਜਿੰਨਾ ਕਿ ਕਿਸੇ ਦਾ ਆਕਾਰ ਹੈ ਸਰੀਰ ਦਾ। ਕਿਸੇ ਨੇ 6 ਮੀਟਰ ਲੈ ਆਂਦਾ, ਕਿਸੇ ਨੇ 6.5, ਕੋਈ ਵਿਰਲਾ ਹੀ ਲਿਆਉਂਦਾ ਹੋਣਾ। ਤੋ ਇਸ ਤਰੀਕੇ ਦੇ ਨਾਲ ਉਹ ਲਿਆ ਕਰਕੇ ਫਿਰ ਦਰਜੀ ਨੂੰ ਦਿੱਤਾ ਜਾਂਦਾ ਹੈ, ਤੇ ਫਿਰ ਦਰਜੀ ਉਹਨੂੰ ਪਾੜ ਦਿੰਦਾ ਹੈ। ਵੇਂਦਿਆਂ ਹੀ ਉਹ ਲੀਰੋ ਲੀਰ ਕਰ ਦਿੰਦਾ ਹੈ। ਵੇਖਣ ਵਾਲਾ ਹੈਰਾਨ ਹੁੰਦਾ ਵੀ ਦਰਜੀ ਨੇ ਕਿੰਨੇ ਟੋਟੇ ਕਰ ਦਿੱਤੇ, ਪਰ ਦਰਜੀ ਨੂੰ ਪਤਾ ਹੁੰਦਾ ਵੀ ਕਿੱਥੇ ਇਹਨੂੰ ਜੋੜ ਲਾਉਣਾ, ਕਿੱਥੋਂ ਪਾੜਨਾ ਹੈ। ਉਹ ਤਾਂ 2 ਮਿੰਟਾਂ 'ਚ ਪਾੜ ਕੇ ਰੱਖ ਦਿੰਦਾ। ਦਰਜੀ ਪਾੜੇ, ਦਰਜੀ ਉਸ ਨੂੰ ਪਾੜਦਾ ਹੈ। ਸੂਈ ਧਾਗਾ ਸੀਨੇ। ਕਿਉਂਕਿ ਦਰਜੀ ਪਾੜਦਾ ਤਾਂ ਹੈ ਸੀਨ ਵਾਸਤੇ, ਉਂਝ ਨਹੀਂ ਪਾੜਦਾ। ਦਰਜੀ ਦਾ ਪਾੜਿਆ ਆ, ਫਿਰ ਉਹ ਸਿਉਂਦਾ ਹੈ, ਫਿਰ ਸੂਈ ਦੇ ਨਾਲ ਉਸਨੂੰ ਸੀਤਾ ਜਾਂਦਾ ਹੈ। ਸੂਈ ਧਾਗਾ ਉਸਨੂੰ ਸੀਮਦਾ ਹੈ, ਸੂਈ ਦੇ ਵਿੱਚ ਧਾਗਾ ਪਾ ਕਰਕੇ, ਤੇ ਫਿਰ ਉਹਦਾ ਕੱਪੜਾ, ਉਹਦਾ ਬਸਤਰ ਤਿਆਰ ਕੀਤਾ ਜਾਂਦਾ ਹੈ। ਜਿਹੜਾ ਵੀ ਜਿਸ ਕਿਸੇ ਨੇ ਤਿਆਰ ਕਰਾਉਣਾ, ਕੋਈ ਉਹਦੀ ਦਸਤਾਰ ਤਿਆਰ ਕਰਾ ਲੈਂਦਾ ਹੈ, ਕੋਈ ਹਜੂਰੀਆ ਤਿਆਰ ਕਰਵਾ ਲੈਂਦਾ ਹੈ, ਕੋਈ ਕੁੜਤਾ ਪਜਾਮਾ ਤਿਆਰ ਕਰਵਾ ਲੈਂਦਾ ਹੈ, ਕੋਈ ਕੁਝ ਤਿਆਰ ਕਰਵਾ ਲੈਂਦਾ ਹੈ। ਸੂਈ ਧਾਗਾ ਸੀਵੈ, ਉਹ ਸੂਈ ਵਿੱਚ ਫਿਰ ਧਾਗਾ ਪੈਂਦਾ ਹੈ, ਤੇ ਸੂਈ ਧਾਗਾ ਉਸ ਨੂੰ ਸੀਮਦੇ। ਹੁਣ ਇਸ ਪੰਕਤੀ ਦੇ ਵਿੱਚ ਇੱਕ ਸੂਈ ਦੀ ਵੀ ਗੱਲ ਆਈ, ਤੇ ਇੱਕ ਕੈਂਚੀ ਦੀ ਵੀ ਗੱਲ ਆਈ। ਤਾਂ ਸੂਈ ਦਾ ਤੇ ਕੈਂਚੀ ਦਾ ਦ੍ਰਿਸ਼ਟਾਂਤ ਦੇ ਕੇ ਵੀ ਮਹਾਂਪੁਰਖ ਸਮਝਾਉਂਦੇ, ਕਹਿੰਦੇ ਸੂਈ ਦਾ ਕੰਮ ਹੈ, ਉਹ ਪਾਟਿਆਂ ਨੂੰ ਸਿਉਂਦੀ ਹੈ, ਪਾਟਿਆਂ ਨੂੰ ਜੋੜਦੀ ਹੈ। ਇਸ ਕਰਕੇ ਸੂਈ ਹੈ, ਸੂਈ ਨੂੰ ਦਰਜੀ ਆਪਣੇ ਸਿਰ ਦਾ ਤਾਜ ਮੰਨਦਾ ਹੈ। ਕਈ ਵਾਰੀ ਦਰਜੀ ਸੁਭਾਵਿਕ ਸੀਂਦਾ ਸੂਈ ਨੂੰ ਨਾ ਆਪਣੀ ਪੱਗ ਵਿੱਚ ਵੀ, ਜੇ ਪੱਗ ਬੰਨ੍ਹਣ ਵਾਲਾ ਦਰਜੀ ਹੋਵੇ ਤੇ ਉਹ ਪੱਗ ਵਿੱਚ ਵੀ ਲਾ ਲੈਂਦਾ, ਸੀਂਦਾ ਜਿਹੜੀ ਹੱਥ ਦੇ ਨਾਲ ਚਲਾਉਣ ਵਾਲੀ ਸੂਈ, ਤੇ ਸੁਭਾਵਿਕ ਉਸ ਨੂੰ ਆਪਣੀ ਪੱਗ ਵਿੱਚ ਵੀ ਰੱਖ ਲੈਂਦਾ। ਤੇ ਜਿਹੜੀ ਕੈਂਚੀ ਉਹਨੂੰ ਪੈਰਾਂ 'ਚ ਰੱਖਿਆ ਹੁੰਦਾ, ਉਹਨੂੰ ਥੱਲੇ ਰੱਖਿਆ ਹੁੰਦਾ ਵਾ, ਕੱਟ ਕੇ ਫਿਰ ਥੱਲੇ। ਕੈਂਚੀ ਜੁੜਿਆਂ ਨੂੰ ਪਾੜਦੀ ਹੈ, ਜੁੜਿਆਂ ਨੂੰ ਤੋੜਦੀ ਹੈ, ਜੁੜਿਆਂ ਨੂੰ ਟੋਟੇ ਕਰਦੀ ਹੈ, ਉਹ ਦਰਜੀ ਦੇ ਪੈਰਾਂ 'ਚ ਹੁੰਦੀ ਹੈ। ਤੇ ਸੂਈ ਉਹ ਪਾਟਿਆਂ ਨੂੰ ਇਕੱਠੇ ਕਰਦੀ ਹੈ, ਉਹ ਟੁੱਟਿਆਂ ਨੂੰ ਜੋੜ ਦਿੰਦੀ ਹੈ। ਇਸ ਕਰਕੇ ਸੂਈ ਨੂੰ ਸਿਰ ਦਾ ਤਾਜ ਬਣਾਇਆ ਹੋਇਆ। ਇਸੇ ਤਰ੍ਹਾਂ ਮਨੁੱਖ ਦੀ ਬਿਰਤੀ ਹੈ, ਕੋਈ ਤਾਂ ਟੁੱਟਿਆਂ ਨੂੰ ਜੋੜਦਾ ਹੈ, ਵਿਛੜਿਆਂ ਨੂੰ ਮਿਲਾਉਂਦਾ ਹੈ, ਗੁੱਸੇ ਹੋਇਆਂ ਨੂੰ ਮਨਾਉਂਦਾ ਹੈ, ਉਹਨਾਂ ਦਾ ਰਾਜੀਨਾਮਾ ਕਰਾਉਂਦਾ ਹੈ, ਟੁੱਟਿਆਂ ਨੂੰ ਜੋੜਦਾ ਹੈ, ਪਰਮਾਤਮਾ ਨਾਲੋਂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜਦਾ ਹੈ ਪ੍ਰਭੂ ਦੇ ਨਾਲ। ਉਹ ਸੂਈ ਧਾਗੇ ਦਾ ਕੰਮ ਕਰਦਾ, ਸੂਈ ਦਾ ਕੰਮ। ਜਿਵੇਂ 2 ਟੋਟੇ ਹੋਏ ਕੱਪੜੇ ਦੇ, ਉਹਨਾਂ ਨੂੰ ਜੋੜ ਕੇ ਇੱਕ ਕਰ ਦਿੰਦੀ ਹੈ ਸੂਈ, ਤੇ ਸੂਈ ਦਰਜੀ ਦੇ ਸਿਰ ਦਾ ਤਾਜ ਹੈ।
ਤੇ ਜਿਹੜਾ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜਦਾ ਹੈ ਗੁਰੂ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਨਾਲ, ਉਹ ਸੂਈ ਦਾ ਕੰਮ ਕਰਦਾ ਹੈ। ਉਹਨੂੰ ਗੁਰਮੁਖ ਆਖਿਆ ਹੈ, ਉਸ ਨੂੰ ਸਾਧੂ ਆਖਿਆ ਹੈ, ਉਸ ਨੂੰ ਭਗਤ ਆਖਿਆ ਹੈ, ਉਸ ਨੂੰ ਸੰਤ ਆਖਿਆ ਹੈ। ਉਹ ਜੁੜਿਆ ਹੋਇਆ ਜੋੜਦਾ ਹੈ ਤੇ ਕੈਂਚੀ ਜੁੜਿਆ ਹੋਇਆਂ ਨੂੰ ਪਾੜ ਦਿੰਦੀ ਹੈ, ਤੋੜ ਦਿੰਦੀ ਹੈ, ਟੋਟੇ ਕਰ ਦਿੰਦੀ ਹੈ। ਤੇ ਮਨਮੁਖ ਜੁੜਿਆ ਹੋਇਆਂ ਨੂੰ ਤੋੜ ਦਿੰਦਾ ਹੈ, ਬਣੀ ਹੋਈ ਸਾਂਝ ਨੂੰ ਤੋੜ ਦਿੰਦਾ ਹੈ। ਇੱਧਰ ਚੁਗਲੀ ਕੀਤੀ, ਉੱਧਰ ਕੀਤੀ ਤੇ ਬਣੀ ਹੋਈ ਸਾਂਝ ਨੂੰ ਤੋੜ ਕੇ ਰੱਖ ਦਿੱਤਾ। ਉਹ ਕੈਂਚੀ ਦੇ ਵਾਂਗੂ ਚੱਲਦਾ ਹੈ। ਤਾਂ ਹੀ ਕਹਿੰਦੇ ਨਾ ਕਿ ਕੈਂਚੀ ਤੇ ਇੱਕ ਪਾਸੇ ਚੱਲਦੀ, ਦੁਨੀਆ ਦੋ ਪਾਸੇ ਚੱਲਦੀ। ਕਈ ਕਹਿੰਦੇ ਵੀ ਇਸੇ ਤਰ੍ਹਾਂ ਦਾਤਰੀ ਨੂੰ ਇੱਕ ਪਾਸੇ ਦਿੰਦੇ, ਦੁਨੀਆ ਨੂੰ ਦੋ ਪਾਸੇ ਦਿੰਦੇ, ਕਿ ਇੱਧਰੋਂ ਵੀ ਵੱਢ ਦਿੰਦਾ, ਉੱਧਰੋਂ ਵੀ ਵੱਢ ਦਿੰਦਾ, ਦੋਵਾਂ ਪਾਸੇ ਤੋੜੀ ਜਾਂਦਾ। ਜਿਹੜਾ ਤੋੜਨ ਵਾਲਾ ਹੈ ਉਹਦਾ ਕਿਤੇ ਵੀ ਮਾਣ ਸਨਮਾਨ ਨਹੀਂ ਹੈ। ਜਿਹੜਾ ਜੋੜਨ ਵਾਲਾ ਉਹਨੂੰ ਇੱਥੇ ਵੀ ਸਤਿਕਾਰ ਹੈ, ਅੱਗੇ ਵੀ ਸਤਿਕਾਰ ਹੈ। ਤੇ ਤੋੜਨ ਵਾਲਾ ਜਿਹੜਾ ਹੈ ਉਹ ਪਾਪ ਹੀ ਕਮਾਉਂਦਾ ਹੈ, ਕਿਉਂਕਿ ਟੁੱਟੇ ਨੂੰ ਜੋੜ ਦੇਣਾ ਇੱਕ ਵੱਡਾ ਭਾਰੀ ਪੁੰਨ ਹੈ ਤੇ ਜੁੜੇ ਨੂੰ ਤੋੜ ਦੇਣਾ ਇੱਕ ਵੱਡਾ ਭਾਰੀ ਪਾਪ ਹੈ। ਇਸ ਕਰਕੇ ਕੈਂਚੀ ਜਿਹੜੀ ਹੈ ਉਹ ਤੋੜਨ ਦਾ ਕੰਮ ਕਰਦੀ ਹੈ, ਉਹ ਟੁਕੜੇ ਟੁਕੜੇ ਕਰਨ ਦਾ, ਲੀਰੋ ਲੀਰ ਕਰਨ ਦਾ ਕੰਮ ਕਰਦੀ ਹੈ, ਤੇ ਮਨਮੁਖ ਵੀ ਤੋੜਨ ਦਾ ਕੰਮ ਕਰਦਾ ਹੈ। ਨਿੰਦਕ ਤੇ ਚੁਗਲ ਵੀ ਤੋੜਨ ਦਾ ਕੰਮ ਕਰਦਾ ਹੈ। ਸੂਈ ਗੰਢਦੀ ਹੈ ਤੇ ਗੁਰਮੁਖ ਵੀ ਗੰਢਦਾ ਹੈ, ਕਿਸੇ ਟੁੱਟੇ ਹੋਏ ਨੂੰ ਜੋੜਦਾ, ਕਿਸੇ ਵਿਛੜਿਆ ਹੋਇਆਂ ਨੂੰ ਮਿਲਾਉਂਦਾ ਆਪਸ ਦੇ ਵਿੱਚ ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ। ਇੱਕ ਹੋਰ ਵੀ ਮਹਾਂਪੁਰਖ ਦ੍ਰਿਸ਼ਟਾਂਤ ਦਿਆ ਕਰਦੇ। ਇੱਕ ਸੋ ਇਸੇ ਤਰ੍ਹਾਂ ਸੁਹਾਗੇ ਦਾ, ਤੇ ਕਹਿੰਦੇ ਹਨ ਕਿ ਕਈ ਕੁਹਾੜਾ ਮਨਮੁਖ ਤੋੜਨ, ਕਈ ਦਾ ਕੁਹਾੜੇ ਦਾ ਤੇ ਮਨਮੁਖ ਦਾ। ਵੀ ਕਈ ਵੀ ਪੁੱਟ ਕੇ ਸੁੱਟ ਦਿੰਦੀ, ਜਿੱਥੇ ਕਈ ਫੜ ਕੇ ਲੱਗੋ ਟੱਪੇ ਮਾਰ ਮਾਰ ਕੇ ਉਹ ਪੁੱਟ ਕੇ ਸੁੱਟ ਦਿੰਦੀ, ਉਹ ਵੀ ਤੋੜਦੀ। ਕੁਹਾੜੀ ਵੀ ਫੜ ਕਰਕੇ ਵੱਢਣ ਲੱਗ ਪੋ ਤੇ ਦਰਖਤ ਵੱਢ ਕੇ ਉਹ ਵੀ ਤੋੜ ਕੇ ਸੁੱਟ ਦਿੰਦੀ, ਤੇ ਮਨਮੁਖ ਵੀ ਤੋੜਦਾ। ਕਈ ਕੁਹਾੜਾ ਮਨਮੁਖ ਤੋੜਨ, ਸੂਈ ਸੁਹਾਗਾ ਸੰਤ ਜੋੜਨ। ਸੂਈ ਜਿਵੇਂ ਜੋੜਦੀ ਹੈ ਤੇ ਸੁਹਾਗਾ ਵੀ ਟੁੱਟਿਆਂ ਹੋਇਆਂ ਨੂੰ ਜੋੜਦਾ। ਆ ਜਿੰਨੇ ਸਿਆੜ ਬਣੇ ਹੋਣ, ਜਦੋਂ ਪੈਲੀ ਵਾਹੀ ਜਾਂਦੀ ਹੈ, ਭਾਵੇਂ ਉਲਟਾਵੇਂ ਹਲਣਾ ਕਿਉਂ ਨਾ ਵਾਹੀ ਹੋਵੇ, ਉੱਤੇ ਸੁਹਾਗਾ ਫੇਰ ਦਿੱਤਾ ਜਾਵੇ, ਸਾਰਿਆਂ ਨੂੰ ਜੋੜ ਕੇ ਰੱਖ ਦਿੰਦਾ, ਪੱਧਰ ਕਰ ਦਿੰਦਾ। ਤੇ ਸੰਤ ਵੀ ਜੋੜਨ ਦਾ ਕੰਮ ਕਰਦਾ। ਮਨਮੁਖ ਕਈ ਵਰਗਾ ਹੈ, ਮਨਮੁਖ ਕੁਹਾੜੀ ਵਰਗਾ ਹੈ, ਮਨਮੁਖ ਕੈਂਚੀ ਵਰਗਾ ਹੈ, ਸੰਤ ਸੂਈ ਵਰਗਾ ਹੈ, ਵਿਛੜੀਆਂ ਰੂਹਾਂ ਨੂੰ ਜੋੜਦਾ। ਸੰਤ ਸੁਹਾਗੇ ਵਰਗਾ ਹੈ, ਜਿਵੇਂ ਪਾਟੇ ਹੋਏ ਸਿਆੜਾਂ ਨੂੰ ਜੋੜ ਦਿੰਦਾ ਹੈ ਸੁਹਾਗਾ, ਐ ਪੱਧਰ ਕਰ ਦਿੰਦਾ ਹੈ। ਤੇ ਸੰਤ ਵੀ ਜੋੜ ਦਿੰਦਾ, ਕਿਉਂਕਿ ਜੁੜਿਆ ਹੋਇਆ ਹੀ ਜੋੜਦਾ, ਟੁੱਟਿਆ ਹੋਇਆ ਹੀ ਤੋੜਦਾ ਹੈ। ਟੁੱਟਿਆ ਹੋਇਆ ਤੋੜਦਾ ਹੈ ਤੇ ਜੁੜਿਆ ਹੋਇਆ ਜੋੜਦਾ। ਤਾਂ ਹੀ ਮਹਾਰਾਜ ਸਾਹਿਬ ਕਹਿੰਦੇ ਉਹ ਰੱਬ ਦੇ ਪਿਆਰੇ ਤੇ ਆਉਂਦੇ ਹੀ ਜੋੜਨ ਵਾਸਤੇ, ਆਪ ਵੀ ਜੁੜੇ ਹੁੰਦੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਨਾਮ ਜਪਦਾ ਹੈ ਤਾਂ ਹੀ ਜਪਾਉਂਦਾ ਹੈ ਸੰਤ, ਆਪ ਵੀ ਜਪਦਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦਾ ਹੋਣਾ ਵੀ ਧੰਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਸ ਕਰਕੇ ਗਰੀਬ ਨਵਾਜ ਸਾਹਿਬ ਕਹਿੰਦੇ ਭਾਈ ਹੋ ਸਕੇ ਤੇ ਕਿਸੇ ਨੂੰ ਜੋੜ, ਜੇ ਜੋੜ ਨਹੀਂ ਸਕਦਾ ਤੇ ਘੱਟੋ ਘੱਟ ਤੋੜ ਨਾ ਕਿਸੇ। ਪ੍ਰਭੂ ਦੇ ਪਿਆਰੇ ਜੋੜਦੇ ਹਨ, ਉਹ ਪਰੇ ਉਪਕਾਰ ਕਰਦੇ, ਆਪ ਜੁੜੇ ਹੋਏ, ਆਪ ਮੁਕਤ, ਆਪ ਵੀ ਮੁਕਤ ਵਾ, ਮੁਕਤ ਕਰੈ ਸੰਸਾਰ। ਤਾਂ ਹੀ ਮਹਾਰਾਜ ਕਹਿੰਦੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਪਰੇ ਉਪਕਾਰੀ ਹਨ, ਜਨਮ ਮਰਨ ਵਿੱਚ ਨਹੀਂ ਹੈ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰੇ ਉਪਕਾਰੀ ਆਏ।
ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ ਜਨ। ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ, ਮਾਰੇ ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ। ਜਨਮ ਮਰਨ ਦੋਹੁ ਮਹਿ ਨਾਹੀ, ਜਨਮ ਮਰਨ ਦੋਹੁ ਮਹਿ ਨਾਹੀ। ਜਨਮ ਮਰਨ ਦੋਹੁ ਮਹਿ ਨਾਹੀ, ਜਨਮ ਮਰਨ ਦੋਹੁ ਮਹਿ ਨਾਹੀ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ ਜਨ। ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ, ਮਾਰੇ ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ। ਜੀ ਅਦਾਨ ਦੇ ਭਗਤੇ ਲਾਇਨ, ਜੀ ਅਦਾਨ ਦੇ ਭਗਤੇ ਲਾਇਨ, ਜੀ ਦਾਨ ਦੇ ਭਗਤੇ ਲਾਇਨ, ਜੀ ਦਾਨ ਦੇ ਭਗਤੇ ਲਾਇਨ। ਹਰ ਸਿਉ ਲੈਨ ਮਿਲਾਏ, ਹਰ ਸਿਉ ਲੈਨ ਮਿਲਾਏ, ਹਰ ਸਿਉ ਲੈਨ ਮਿਲਾਏ, ਹਰ ਸਿਉ ਲੈਨ ਮਿਲਾਏ। ਹਰ ਸਿਉ ਲੈਨ ਮਿਲਾਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ। ਮਾਰੇ ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ, ਮਾਰੇ ਉਪਕਾਰੀ ਆਏ ਜਨ, ਮਾਰੇ ਉਪਕਾਰੀ ਆਏ। ਹਉ ਕੁਰਬਾਨ ਜਾਓ ਮਿਹਰਬਾਨਾ, ਹਉ ਕੁਰਬਾਨ ਜਾਓ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ। ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ। ਹਉ ਕੁਰਬਾਨੇ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ। ਲੈਨ ਜੋ ਤੇਰਾ ਤਿਨਾ ਕੈ ਹਉ ਸਦ ਕੁਰਬਾਨ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ। ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖਾਂ ਤੋਂ, ਐਸੇ ਪਰਉਪਕਾਰੀਆਂ ਤੋਂ ਜੋ ਆਪ ਜਪਦੇ ਆ, ਹੋਰਨਾਂ ਨੂੰ ਜਪਾਉਂਦੇ ਆ, ਉਹਨਾਂ ਤੋਂ ਤੇ ਅਸੀਂ ਕੁਰਬਾਨ ਜਾਂਦੇ, ਸਦਕੇ ਜਾਂਦੇ। ਉਹ ਜੁੜੇ ਹੋਏ ਹੋਰਨਾਂ ਨੂੰ ਵੀ ਜੋੜਦੇ, ਉਹ ਗੁਰਮੁਖ ਜੋੜਨ ਵਾਸਤੇ ਆਉਂਦੇ ਪ੍ਰਭੂ ਦੇ ਨਾਲ, ਟੁੱਟੀਆਂ ਸੁਰਤਾਂ ਨਾਲ, ਟੁੱਟੀ ਹੋਈ ਸਾਂਝ ਨੂੰ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਦੱਸ ਰਹੇ ਹਨ ਕਿ ਕਿਵੇਂ ਰੂਹ ਤੋਂ ਇਹ ਸਫ਼ਰ ਤਿਆਰ ਹੋਇਆ, ਸਫ਼ਰ ਚੱਲਿਆ ਇਸ ਦਾ, ਕੱਪੜੇ ਦਾ, ਕਿਵੇਂ ਵੇਲਣੇ ਦੇ ਵਿੱਚ ਪਿੰਜਿਆ ਗਿਆ, ਵੇਲਣੇ ਵਿੱਚ ਵੇਲਿਆ ਗਿਆ, ਪਿੰਜੇ ਵਿੱਚ ਪਿੰਜਿਆ ਗਿਆ, ਫਿਰ ਕੱਤਿਆ ਗਿਆ, ਫਿਰ ਉਨਾਇਆ ਗਿਆ, ਫਿਰ ਕੱਟਿਆ ਕੁੱਟਿਆ, ਖੁੰਬ ਚੜਾਇਆ ਗਿਆ, ਫਿਰ ਲੋਹੇ ਦੀ ਕੈਂਚੀ ਦੇ ਨਾਲ ਇਸ ਨੂੰ ਵੱਢਿਆ ਗਿਆ, ਫਿਰ ਦਰਜੀ ਨੇ ਪਾੜਿਆ, ਫਿਰ ਸੂਈ ਧਾਗੀ ਦੇ ਨਾਲ ਇਸ ਨੂੰ ਸੀਵ ਕੇ ਤੇ ਇਸ ਦਾ ਫਿਰ ਬਸਤਰ ਤਿਆਰ ਕੀਤਾ। ਕਿਉ ਪਤ ਪਾਤੀ ਸਿੱਧੀ ਸੀਪੈ। ਇਹ ਭਾਈ ਜਿਵੇਂ ਇਹ ਬਸਤਰ ਸੂਈ ਧਾਗੇ ਨਾਲ ਸੀਤਾ ਗਿਆ ਨਾ, ਫਿਰ ਪਹਿਨਣ ਦੇ ਯੋਗ ਬਣਿਆ, ਪਰ ਕਿੰਨੇ ਥਾਵਾਂ ਥਾਣੀ ਇਹਨੂੰ ਲੰਘਣਾ ਪਿਆ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸਾਂਝ ਪਾਟੀ ਹੋਈ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲੋਂ, ਜੀਵ ਰੂਪ ਇਸਤਰੀ ਦੀ ਜੋ ਪਤ ਨਾਮ ਹੈ ਪਤੀ ਦਾ,
ਪਤੀ ਪਰਮੇਸ਼ਰ ਦੇ ਨਾਲੋਂ ਪਾਟੀ ਹੋਈ ਹੈ ਸਾਂਝ, ਵਿੱਥ ਪਈ ਹੋਈ ਹੈ ਸਾਂਝ ਦੀ। ਭਾਵ ਜੀਵ ਇਸਤਰੀ ਪ੍ਰਮਾਤਮਾ ਪਤੀ ਦੇ ਨਾਲੋਂ ਵਿਛੜੀ ਹੋਈ ਹੈ। ਇਉਂ ਪਤ ਪਾਟੀ ਸਿਫਤੀ ਸੀਪੈ, ਇਸ ਤਰ੍ਹਾਂ ਪਤ ਕਹੀਏ ਪਤੀ ਦੇ ਨਾਲੋਂ ਪਾਟੀ ਹੋਈ ਹੈ। ਪਾਟੀ ਤੋਂ ਭਾਵ ਹੈ ਸਾਂਝ ਟੁੱਟੀ ਹੋਈ ਹੈ, ਵਿਛੜੀ ਹੋਈ ਹੈ ਜੀਵ ਰੂਪ ਇਸਤਰੀ। ਜਿਵੇਂ ਕਹਿੰਦੇ ਨਾ ਵਿਛੜ ਜਾਣ ਦਾ ਨਾਮ ਹੈ, ਜਿਵੇਂ ਆਮ ਸੰਸਾਰੀ ਬੋਲੀ 'ਚ ਕਿਹਾ ਜਾਂਦਾ ਵੀ ਪਾਟਕ ਪੈ ਗਿਆ। ਬੜੇ ਗੂੜੇ ਸੱਜਣ ਸੀ ਪਰ ਹੁਣ ਪਤਾ ਨਹੀਂ ਕੀ ਗੱਲ ਪਾਟ ਗਏ, ਟੁੱਟ ਗਈ ਸਾਂਝ ਤਾਂ ਕਹਿੰਦੇ ਪਾਟ ਗਏ ਆਪਸ ਵਿੱਚ, ਪਾਟਕ ਪੈ ਗਿਆ ਆਪਸ ਦੇ ਵਿੱਚ। ਪਾਟੀ ਤੋਂ ਭਾਵ ਹੈ ਵਿੱਥ ਪੈ ਗਈ, ਵਿਛੋੜਾ ਪੈ ਗਿਆ। ਇਸ ਤਰ੍ਹਾਂ ਪਤੀ ਪਰਮਾਤਮਾ ਦੇ ਨਾਲੋਂ ਜੀਵ ਰੂਪ ਇਸਤਰੀ ਜਿਹੜੀ ਪਾਟੀ ਹੋਈ ਹੈ, ਭਾਵ ਵਿਛੜੀ ਹੋਈ ਹੈ, ਸਿਫਤੀ ਸੀਪੈ, ਇਹ ਸਿਫਤ ਕਰੇਗੀ ਪਰਮਾਤਮਾ ਦੀ ਤੇ ਫਿਰ ਇਹਦੀ ਸਾਂਝ ਫਿਰ ਸੀਪੈ ਸੀਤੀ ਜਾਵੇਗੀ। ਫਿਰ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਮਿਲ ਪਵੇਗੀ ਜੇ ਵਾਹਿਗੁਰੂ ਦੀ ਇਹ ਸਿਫਤ ਕਰੇਗੀ ਤਾਂ। ਮਹਾਰਾਜ ਕਹਿੰਦੇ ਇਹੀ ਤਰੀਕਾ ਹੈ ਸਿਫਤੀ ਨਾਲ ਹੀ, ਇਹ ਸਿਫਤ ਕਰਨ ਦੇ ਨਾਲ ਹੀ ਉਹ ਸਿਫਤ ਦੇ ਮਾਲਕ ਦੇ ਨਾਲ ਇਹਦੀ ਫਿਰ ਸਾਂਝ ਜਿਹੜੀ ਹੈ ਉਹ ਸੀਤੀ ਜਾ ਸਕਦੀ ਹੈ। ਫਿਰ ਉਹ ਪ੍ਰਭੂ ਦੇ ਨਾਲ ਇਸ ਦਾ ਜੋੜ ਮੇਲ ਹੋ ਸਕਦਾ ਹੈ, ਨਹੀਂ ਤੇ ਵਿਛੜੀ ਰਹੇਗੀ ਜੇ ਇਹਨੇ ਸਿਫਤ ਨਾ ਕੀਤੀ। ਲੋਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਲੋਹਾ ਟੁੱਟ ਜਾਵੇ, ਸੋਨਾ ਟੁੱਟ ਜਾਵੇ, ਲੋਹਾ ਕੰਚਨ ਟੁੱਟੈ ਸਾਰ, ਜੇ ਇਹ ਟੁੱਟ ਜਾਣ, ਕੋਈ ਲੋਹੇ ਦਾ ਭਾਂਡਾ ਹੈ, ਲੋਹੇ ਦਾ ਕੋਈ ਔਜ਼ਾਰ ਹੈ, ਜੇ ਉਹ ਟੁੱਟ ਜਾਵੇ, ਸੋਨੇ ਦਾ ਕੋਈ ਗਹਿਣਾ ਹੈ ਉਹ ਟੁੱਟ ਜਾਵੇ, ਸੋਨੇ ਦੀ ਕੋਈ ਵਸਤੂ ਹੈ ਉਹ ਟੁੱਟ ਜਾਵੇ, ਤੇ ਅੱਗ ਦੇ ਨਾਲ ਇਹਨਾਂ ਨੂੰ ਜੋੜ ਦਿੱਤਾ ਜਾਂਦਾ। ਅਗਨੀ ਗੰਢ ਪਾਏ ਲੋਹਾਰ, ਲੋਹਾਰ ਅੱਗ ਬਾਲ ਕੇ ਤੇ ਲੋਹੇ ਦੀਆਂ ਚੀਜ਼ਾਂ ਨੂੰ ਜੋੜ ਦਿੰਦਾ ਹੈ। ਆਪਾਂ ਕੋਈ ਨਾ ਕੋਈ ਚੀਜ਼ ਘਰੇ ਟੁੱਟ ਜਾਂਦੀ ਹੈ ਤੇ ਉਹਨੂੰ ਫਿਰ ਬਿਲਡਿੰਗ ਕਰਾਉਣ ਵਾਸਤੇ ਲੈ ਕੇ ਜਾਂਦੇ ਹੀ ਆ, ਉਹ ਅੱਗ ਹੀ ਹੈ, ਬਿਲਡਿੰਗ ਕੀ ਹੈ, ਅੱਗ ਹੀ ਹੈ। ਅਗਨੀ ਗੰਢ ਪਾਏ ਲੋਹਾਰ, ਲੋਹਾਰ ਅਗਨੀ ਦੇ ਨਾਲ ਉਹਨੂੰ ਜੋੜ ਦਿੰਦਾ ਹੈ। ਸੁਨਿਆਰਾ ਵੀ ਅਗਨੀ ਦੇ ਕਰਕੇ ਸੋਨੇ ਨੂੰ ਜੋੜ ਦਿੰਦਾ। ਗੋਰੀ ਸੇਤੀ ਟੁੱਟੈ ਪਧਾਰ, ਗੋਰੀ ਨਾਮ ਹੈ ਇਸਤਰੀ ਦਾ, ਪਤਨੀ ਦਾ, ਪਧਾਰ ਨਾਮ ਹੈ ਪਤੀ ਦਾ। ਪਤੀ ਤੇ ਪਤਨੀ ਦੀ ਆਪਸ ਦੇ ਵਿੱਚ ਸਾਂਝ ਜੇ ਟੁੱਟ ਜਾਵੇ, ਪੁੱਤੀ ਗੰਢ ਪਵੈ ਸੰਸਾਰ, ਤੇ ਸੰਤਾਨ ਦੇ ਦੁਆਰਾ, ਪੁੱਤਰਾਂ ਦੇ ਦੁਆਰਾ ਉਹਨਾਂ ਦੀ ਟੁੱਟੀ ਹੋਈ ਸਾਂਝ ਵੀ ਜਿਹੜੀ ਹੈ ਉਹ ਗੰਢੀ ਜਾਂਦੀ ਹੈ, ਗੰਢ ਪੈ ਜਾਂਦੀ ਹੈ। ਕਈ ਵਾਰੀ ਬੱਚੇ ਹੋਣ ਤੋਂ ਬਾਅਦ ਵੀ ਆਪਸ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਹੈ ਤੇ ਪਤੀ ਪਤਨੀ ਦੀ ਸਾਂਝ ਟੁੱਟ ਜਾਂਦੀ ਹੈ। ਬੱਚੇ ਵੱਡੇ ਹੁੰਦੇ ਆ ਤੇ ਉਹ ਫਿਰ ਆਪਸ ਵਿੱਚ ਮਾਤਾ ਪਿਤਾ ਨੂੰ ਵੀ ਮਿਲਾ ਦਿੰਦੇ, ਲੈ ਆਉਂਦੇ ਆ ਵੀ ਤੁਸੀਂ ਬਥੇਰਾ ਚਿਰ ਹੋ ਗਿਆ ਵਾ, ਹੁਣ ਸਾਂਝ ਤੋੜੀ ਛੱਡੀ ਆ, ਹੁਣ ਤੇ ਮਿਲ ਪਵੋ, ਹੁਣ ਤੇ ਆ ਜਾਓ, ਇਕੱਠੇ ਹੋ ਜਾਓ, ਕੀ ਲੈਣਾ। ਉਹ ਆਪਸ ਵਿੱਚ ਮਿਲਾ ਦਿੰਦੇ ਆ, ਮਾਤਾ ਨੂੰ ਵੀ ਬੇਨਤੀ ਕਰਕੇ ਲੈ ਆਉਂਦੇ ਆ, ਪਿਤਾ ਨੂੰ ਵੀ ਬੇਨਤੀ ਕਰਕੇ ਲੈ ਆਉਂਦੇ। ਉਹ ਜਿਹੜੀ ਸਾਂਝ ਟੁੱਟੀ ਹੁੰਦੀ ਉਹ ਪੁੱਤਰਾਂ ਕਰਕੇ, ਸੰਤਾਨ ਕਰਕੇ ਜੁੜ ਜਾਂਦੀ। ਇੱਕ ਤਾਂ ਇਹ ਜਿਉਂਦਿਆਂ ਸਾਂਝ ਦੀ ਗੱਲ ਹੈ, ਇੱਕ ਇਹ ਹੈ ਕਿ ਸਾਂਝ ਜਦੋਂ ਸੰਸਾਰ ਨਾਲੋਂ ਬੰਦੇ ਦੇ ਸਵਾਸ ਪੂਰੇ ਹੋ ਜਾਂਦੇ ਉਦੋਂ ਵੀ ਟੁੱਟਦੀ ਹੈ ਸਾਂਝ। ਸੰਸਾਰ ਨਾਲੋਂ ਸਾਂਝ ਟੁੱਟ ਜਾਂਦੀ ਹੈ ਨਾ। ਪਤੀ ਪਤਨੀ ਦੋਵੇਂ ਚੜ੍ਹਾਈ ਕਰ ਗਏ, ਜਿੰਨੇ ਪਰਮੇਸ਼ਰ ਨੇ ਸਵਾਸ ਦਿੱਤੇ ਸੀ ਉਹ ਪੂਰੇ ਹੋ ਗਏ, ਮਾਤਾ ਪਿਤਾ ਚੜ੍ਹਾਈ ਕਰ ਗਏ, ਅੱਗੇ ਉਹਨਾਂ ਦੀ ਸੰਤਾਨ ਹੈ ਤੇ ਸੰਤਾਨ ਕਰਕੇ ਸਾਂਝ ਸੰਸਾਰ ਨਾਲ ਪਈ ਰਹਿੰਦੀ ਹੈ। ਲੋਕ ਫਿਰ ਆਪਸ ਵਿੱਚ ਗੱਲਾਂ ਬਾਤਾਂ ਕਰਦੇ, ਕਹਿੰਦੇ ਬਜ਼ੁਰਗ ਭਾਵੇਂ ਤੁਰ ਗਏ ਆ ਪਰ ਸੰਤਾਨ ਹੈਗੀ, ਇਸ ਕਰਕੇ ਸੰਸਾਰ ਨਾਲ ਸਾਂਝ ਪੈ ਗਈ, ਇਹਨਾਂ ਸੰਸਾਰ ਨਾਲ ਸਾਂਝ ਹੈ। ਇਸ ਤਰ੍ਹਾਂ ਮਹਾਰਾਜ ਨੇ ਹੋਰ ਵੀ ਬੜੇ ਦ੍ਰਿਸ਼ਟਾਂਤ ਦਿੱਤੇ, ਆਖਿਆ ਵੀ ਇਸ ਤਰ੍ਹਾਂ ਇਹ ਸਾਂਝ ਪੈਂਦੀ ਹੈ, ਰਾਜੇ ਨਾਲ ਸਾਂਝ ਪੈਂਦੀ ਹੈ, ਉਹਨੂੰ ਕੁਝ ਦਈਏ ਤਾਂ ਰਾਜੇ ਮੰਗਦੇ ਕੁਝ ਨਾ ਕੁਝ, ਉਹਨਾਂ ਨੂੰ ਟੈਕਸ ਦੇਣਾ ਪੈਂਦਾ, ਮਾਇਆ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਜਿਸ ਵੇਲੇ ਕੋਈ ਕਾਲ ਪੈ ਜਾਵੇ ਤੇ ਉਸ ਵੇਲੇ ਮੀਂਹ ਪਵੇ
ਨਦੀਆਂ ਦੇ ਵਿੱਚ ਪਾਣੀ ਆਵੇ ਤੇ ਫੇਰ ਜਿਹੜੀ ਹੈ ਉਹ ਵਧੀਆ ਸਮਾਂ ਬਣ ਜਾਂਦਾ ਹੈ। ਐਸੀ ਸਾਂਝ ਬਣਦੀ ਹੈ। ਤੇ ਮੂਰਖ ਨਾਲ ਸਾਂਝ ਮਾਰੇ, ਕਹਿੰਦੇ ਮੂਰਖ ਨਾਲ ਗੰਢ ਜਿਹੜੀ ਉਹ ਤਾਂ ਪੈਂਦੀ ਉਹਦੇ ਮੂੰਹ ਤੇ ਮਾਰੀਏ, ਤੇ ਮੂਰਖ ਸਮਝਦਾ ਹੀ ਨਹੀਂ ਉਸ ਤਰ੍ਹਾਂ। ਮੂਰਖ ਗੰਢ ਪਵੇ ਮੋਹਿ ਮਾਰ। ਅਖੀਰ ਤੇ ਆਖਿਆ ਵੀ ਪਰਮੇਸ਼ਰ ਦੇ ਨਾਲ ਗੰਢ ਕਿਵੇਂ ਪੈਂਦੀ ਹੈ। ਇਹ ਲੰਮਾ ਬਚਨ ਹੈ ਮਹਾਰਾਜ ਸਾਹਿਬ ਦਾ। ਅਖੀਰ ਤੇ ਗਰੀਬ ਨਵਾਜ ਸਾਹਿਬ ਜੀ ਨੇ ਜਾ ਕੇ ਆਖਿਆ, ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਵਾਹਿਗੁਰੂ ਦੇ ਦਰਬਾਰ ਦੇ ਨਾਲ ਟੁੱਟੀ ਹੋਈ ਜਿਹੜੀ ਸਾਂਝ ਹੈ ਉਹ ਤਾਂ ਗੰਢੀ ਜਾਂਦੀ ਹੈ ਜੇ ਉਹਦੀ ਸਿਫਤ ਕਰੀਏ, ਤੇ ਪ੍ਰਭੂ ਦਾ ਜਸ ਗਾਈਏ, ਵਾਹਿਗੁਰੂ ਦਾ ਨਾਮ ਜਪੀਏ, ਤੇ ਸਿਫਤ ਕਰਨ ਦੇ ਨਾਲ ਉਹਦੇ ਨਾਲ ਸਾਂਝ ਗੰਢੀ ਜਾਂਦੀ, ਸਾਂਝ ਪੈ ਜਾਂਦੀ। ਸਿਫਤੀ ਗੰਢ ਪਵੈ ਦਰਬਾਰ। ਮਹਾਰਾਜ ਕਹਿੰਦੇ ਵੀ ਪਤੀ ਦੇ ਨਾਲੋਂ, ਪ੍ਰਮਾਤਮਾ ਪਤੀ ਦੇ ਨਾਲੋਂ ਜੋ ਵਿਛੋੜਾ ਪਿਆ ਹੈ ਨਾ, ਪਾਟੀ ਜੋ ਪਾਟਕ ਪਿਆ ਹੋਇਆ, ਸਾਂਝ ਟੁੱਟੀ ਹੋਈ ਹੈ, ਇਹ ਸਿਫਤੀ ਸੀਪੈ। ਉਸ ਦੀਆਂ ਸਿਫਤਾਂ ਕਰਨ ਦੇ ਨਾਲ, ਸਿਫਤ ਸਲਾਹ ਕਰਨ ਦੇ ਨਾਲ, ਜਸ ਗਾਉਣ ਦੇ ਨਾਲ ਫਿਰ ਮਨ ਸੀਤਾ ਜਾਂਦਾ ਹੈ। ਇਹ ਜੀਵ ਇਸਤਰੀ ਪ੍ਰਮਾਤਮਾ ਪਤੀ ਦੇ ਮਿਲਾਪ ਵਾਲੀ ਹੋ ਜਾਂਦੀ ਹੈ। ਤੇ ਦੂਸਰਾ ਪਤ ਨਾਮ ਇੱਜ਼ਤ ਦਾ ਵੀ ਹੈ, ਪ੍ਰਤਿਸ਼ਠਾ ਦਾ ਵੀ ਹੈ। ਜਿਹੜੀ ਪਤ ਪਾਟੀ ਹੋਈ ਹੈ, ਜਿਵੇਂ ਸੂਈ ਧਾਗਾ ਕੱਪੜੇ ਨੂੰ ਸੀ ਦਿੰਦਾ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੋ ਸਾਡੀ ਜੀਵਾਂ ਦੀ, ਸੰਸਾਰੀ ਜੀਵਾਂ ਦੀ ਪੱਤ ਜਿਹੜੀ ਪਾਟੀ ਹੋਈ ਹੈ ਨਾ, ਸਾਡੀ ਪੱਤ ਨਹੀਂ ਹੈ, ਪ੍ਰਤਿਸ਼ਠਾ ਨਹੀਂ ਹੈ, ਇੱਜ਼ਤ ਨਹੀਂ ਹੈ। ਇਹ ਪੱਤ ਜਿਹੜੀ ਪਾਟ ਗਈ ਹੈ, ਪੱਤ ਵੀ ਤਾਂ ਹੀ ਬਣੇਗੀ, ਅਸੀਂ ਇੱਜ਼ਤ ਵਾਲੇ, ਪੱਤ ਪ੍ਰਤਿਸ਼ਠਾ ਵਾਲੇ, ਇੱਜ਼ਤ ਆਬਰੂ ਵਾਲੇ ਤਾਂ ਬਣਾਂਗੇ ਜੇ ਕਰਤਾਰ ਦੀਆਂ ਸਿਫਤਾਂ ਕਰੀਏ। ਜਿਵੇਂ ਸੂਈ ਧਾਗਾ ਕੱਪੜੇ ਨੂੰ ਸੀ ਦਿੰਦਾ ਹੈ, ਇਸੇ ਤਰ੍ਹਾਂ ਸਾਡੀ ਪਾਟੀ ਹੋਈ ਇੱਜ਼ਤ, ਪਾਟੀ ਹੋਈ ਪੱਤ, ਇਹ ਸਿਫਤੀ ਸੀਪੈ। ਵਾਹਿਗੁਰੂ ਦੀਆਂ ਸਿਫਤਾਂ ਕਰਾਂਗੇ ਤੇ ਫਿਰ ਸੀਤੀ ਜਾਵੇਗੀ, ਪ੍ਰਮਾਤਮਾ ਦੇ ਨਾਲ ਸਾਡੀ ਗੂੜੀ ਸਾਂਝ ਪੈ ਜਾਵੇਗੀ। ਨਾਨਕ ਜੀਵਤ ਜੀਵੈ। ਜੀਵਤ ਸਰੂਪ ਹੈ ਉਹ ਪ੍ਰਮਾਤਮਾ ਵਾਹਿਗੁਰੂ, ਉਹ ਸਦਾ ਜਿਉਂਦਾ। ਫਿਰ ਉਹਦੇ ਨਾਲ ਜਦੋਂ ਸੀਤੇ ਗਏ, ਉਹਦੇ ਨਾਲ ਜਦੋਂ ਸਾਂਝ ਬਣ ਗਈ, ਫਿਰ ਮਹਾਰਾਜ ਕਹਿੰਦੇ ਅਸਲ ਜੀਵਨ ਪ੍ਰਾਪਤ ਹੁੰਦਾ ਹੈ। ਨਾਨਕ ਜੀਵਤ ਜੀਵ ਹੈ। ਫਿਰ ਸਦਾ ਵਾਸਤੇ ਇਹ ਜੀਵ ਰੂਪ ਇਸਤਰੀ ਇਹ ਜਿਉਂਦੀ ਹੀ ਜਿਉਂਦੀ ਹੈ। ਹੋਏ ਪੁਰਾਣਾ ਕੱਪੜ ਪਾਟੈ। ਹਾਂ, ਜਿਹੜਾ ਕੱਪੜਾ ਹੈ ਜਦੋਂ ਬਹੁਤਾ ਪੁਰਾਣਾ ਹੋ ਜਾਵੇ ਤੇ ਫਿਰ ਪਾਟ ਹੀ ਜਾਂਦਾ ਹੈ। ਸੂਈ ਧਾਗਾ ਕੱਟੈ। ਬਹੁਤੇ ਪੁਰਾਣੇ ਹੋਏ ਕੱਪੜੇ ਨੂੰ ਹੁਣ ਜਿਹੜਾ ਥਾਂ ਥਾਂ ਤੋਂ ਫਿਸਦਾ ਹੀ ਜਾਵੇ, ਕਿ ਜਦੋਂ ਜ਼ਿਆਦਾ ਹੀ ਪੁਰਾਣਾ ਹੋ ਜਾਵੇ ਤੇ ਜੇ ਉਹਨੂੰ ਗਾਂਢਾ ਤੋਪਾ ਲਾਉਣ ਦਾ ਯਤਨ ਹੀ ਕਰੀਏ ਤੇ ਉਹ ਫਿਸ ਹੀ ਜਾਂਦਾ, ਹੱਥ ਲਾਇਆ ਵੀ ਉਹ ਫਿਸੀ ਜਾਂਦਾ ਹੈ, ਪਾਟੀ ਜਾਂਦਾ। ਇਹੋ ਜਿਹਾ ਜਿਹੜਾ ਬਹੁਤਾ ਪੁਰਾਣਾ ਹੋ ਗਿਆ ਕੱਪੜਾ, ਉਹਨੂੰ ਜੇ ਸੂਈ ਧਾਗਾ ਲੈ ਕੇ ਆਖੇ ਵੀ ਇੱਥੇ ਹੁਣ ਗੰਢ ਧੁੱਪ ਜੇ ਕਰ ਹੀ ਲਵਾਂ, ਗਾਂਢਾ ਲਾ ਹੀ ਲਵਾਂ, ਸੂਈ ਧਾਗਾ ਲੈ ਕੇ ਗੰਢ ਲਵੇ। ਮਾਹੋ ਨਾਮ ਹੈ ਮਹੀਨੇ ਦਾ, 30 ਦਿਨ, 30-31 ਦਿਨ, ਤੇ ਪੱਖ ਨਾਮ ਹੈ ਇੱਕ ਪੱਖ ਦਾ। ਇੱਕ ਮਹੀਨੇ 'ਚ 2 ਪੱਖ ਹੁੰਦੇ ਆ, ਭਾਵ 15 ਕੁ ਦਿਨ ਦਾ ਸਮਾਂ, ਜਿਹਨੂੰ ਥਿੱਤਾਂ ਆਖਿਆ 15 ਥਿੱਤਾਂ। ਮਹੀਨਾ 30 ਕੁ ਦਿਨ ਤੇ ਪੱਖ 15 ਕੁ ਦਿਨ। ਇਹੋ ਚੱਲੇ ਨਾ ਹੀ ਉਹ ਮਹੀਨਾ ਤੇ 15 ਦਿਨ ਵੀ ਨਹੀਂ ਚੱਲਦਾ ਹੈ, 15 ਦਿਨ ਵੀ ਕੱਢਦਾ, ਕਿਉਂਕਿ ਪੁਰਾਣਾ ਬਹੁਤਾ ਹੋ ਗਿਆ ਕੱਪੜਾ। ਘੜੀ ਬਹੁਤ ਕੇਸ਼ ਹੰਡੈ। ਉਹ ਤਾਂ ਮਾਰੇ ਕਹਿੰਦੇ ਘੜੀ ਕੀ ਕੱਢਦਾ ਵਾ, ਬਸ ਉਹਨੂੰ ਗੰਢ ਧੁੱਪ ਜੇ ਲਾਇਆ ਨਾ ਤੇ 24 ਕੁ ਮਿੰਟ ਕੱਢਦਾ, ਫੇਰ ਉੱਥੋਂ ਕੋ ਪਾੜ ਜਾਂਦਾ। ਪੁਰਾਣਾ ਜ਼ਿਆਦਾ ਹੋਇਆ। ਬਹੁਤ ਨਾਮ ਹੈ ਅੱਧੀ ਘੜੀ ਦਾ। ਅੱਧੀ ਘੜੀ 12 ਕੁ ਮਿੰਟਾਂ ਨੂੰ ਕਹਿੰਦੇ। ਘੜੀ ਬਹੁਤ ਕਿਛ ਹੰਡਾ ਹੈ। ਘੜੀ ਜਾਂ ਅੱਧੀ ਘੜੀ 24 ਮਿੰਟ ਜਾਂ 12 ਕੁ ਮਿੰਟ ਹੀ ਉਹ ਹੰਡਦਾ ਹੈ, ਭਾਵ ਫੇਰ ਪਾਟ ਜਾਂਦਾ ਹੈ ਜਿਹੜਾ ਪੁਰਾਣਾ ਹੋਇਆ ਕੱਪੜਾ। ਸੱਚ ਪੁਰਾਣਾ ਹੋਵੇ ਨਾਹੀ। ਪਰ ਇਧਰਲੇ ਪਾਸੇ, ਦੂਸਰੇ ਪਾਸੇ ਜੋ ਸੱਚ ਹੈ ਉਹ ਪੁਰਾਣਾ ਹੀ ਨਹੀਂ ਹੁੰਦਾ। ਸੱਚ ਰੂਪੀ ਕੱਪੜਾ ਕਦੀ ਪੁਰਾਣਾ ਹੀ ਨਹੀਂ ਹੁੰਦਾ। ਸੱਚ ਨੇ ਕਦੀ ਪੁਰਾਣਾ ਨਹੀਂ ਹੋਣਾ ਹੈ। ਪਰਮਾਤਮਾ ਨੇ ਕਦੀ ਪੁਰਾਣਾ ਨਹੀਂ ਹੋਣਾ। ਉਹ ਯੁੱਗਾਂ ਤੋਂ ਪਹਿਲਾਂ ਵੀ ਨਵਾਂ ਸੀ, ਅੱਜ ਵੀ ਨਵਾਂ ਹੈ, ਹਜ਼ਾਰਾਂ ਯੁੱਗਾਂ ਬਾਅਦ ਵੀ ਨਵਾਂ ਹੀ ਰਹਿਣਾ ਉਹਨੇ।
ਉਹ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ। ਜਿਹੜਾ ਉਹਦੇ ਨਾਲ ਜੁੜ ਜਾਂਦਾ ਏ ਉਹਨੂੰ ਫਿਰ ਪ੍ਰੇਮ ਰੂਪੀ ਕੱਪੜਾ ਵੀ ਐਸਾ ਮਿਲਦਾ ਜਿਹੜਾ ਕੱਪੜਾ ਕਦੀ ਪੁਰਾਣਾ ਹੀ ਨਹੀਂ ਹੁੰਦਾ ਹੈ, ਜਿਸ ਨੂੰ ਕਦੀ ਗੰਢ ਧੁੱਪ ਲਾਉਣਾ ਹੀ ਨਹੀਂ ਪੈਂਦਾ, ਉਹ ਪ੍ਰੇਮ ਰੂਪੀ ਵਸਤਰ ਮਿਲਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੋ ਪੱਤ ਮੇਰੀ। ਫਿਰ ਐਸਾ ਪ੍ਰੇਮ ਰੂਪੀ ਪਟੋਲਾ ਦਿੰਦੇ ਮਹਾਰਾਜ, ਵਸਤਰ ਦਿੰਦੇ ਆ ਕਿ ਪੱਤ ਢੱਕ ਦਿੰਦੇ ਆ, ਲੋਕ ਪਰਲੋਕ ਦਾ ਪਰਦਾ ਕੱਢ ਦਿੰਦੇ। ਸੱਚ ਪੁਰਾਣਾ ਹੋਵੇ ਨਾਹੀ। ਮਹਾਰਾਜ ਕਹਿੰਦੇ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ ਨਾ, ਉਹਦੀ ਇੱਜ਼ਤ ਐਸੀ ਬਣਦੀ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਹੀ ਕਦੀ ਪੁਰਾਣਾ ਹੋਣਾ ਹੀ ਨਹੀਂ ਹੈ। ਵੇਖੋ ਸੱਚ ਨਾਲ ਜੁੜਿਆਂ ਦੀ ਇੱਜ਼ਤ ਕਿੰਨੀ। ਭਗਤ ਕਬੀਰ ਸਾਹਿਬ ਜੀ ਦੀ ਪੱਤ ਵੇਖੀਏ, ਨਾਮਦੇਵ ਸਾਹਿਬ ਜੀ ਦੀ ਪੱਤ, ਭਗਤ ਰਵਿਦਾਸ ਸਾਹਿਬ ਜੀ ਦੀ ਇੱਜ਼ਤ। ਭਗਤ ਭਗਤ ਜਗ ਵੱਜਿਆ, ਚੌਹਾਂ ਚੱਕਾਂ ਦੇ ਵਿੱਚ ਚਮਰੇਟਾ, ਕਿਉਂਕਿ ਸੱਚ ਰੂਪੀ ਵਸਤਰ ਪ੍ਰਾਪਤ ਹੋ ਗਿਆ, ਪ੍ਰੇਮ ਰੂਪੀ ਵਸਤਰ ਪ੍ਰਾਪਤ ਹੋ ਗਿਆ, ਸੱਚ ਨਾਲ ਜੁੜ ਗਏ। ਸੱਚ ਨੇ ਕਦੀ ਪੁਰਾਣਾ ਹੀ ਨਹੀਂ ਹੋਣਾ ਹੈ, ਸੱਚ ਹਮੇਸ਼ਾ ਨਵਾਂ ਹੈ। ਸੀਤਾ ਕਦੇ ਨਾ ਆਪੇ। ਤੇ ਜਿਹੜਾ ਸੀਤਾ ਗਿਆ ਉਸ ਪਰਮਾਤਮਾ ਦੇ ਨਾਲ ਜਿਹਦੀ ਗੂੜੀ ਸਾਂਝ ਪੈ ਗਈ, ਜਿਸ ਦਾ ਮਨ ਉਹਦੇ ਨਾਲ ਸੀਤਾ ਗਿਆ, ਕਦੇ ਨਾ ਪਾਟੈ। ਫਿਰ ਕਦੇ ਵੀ ਵਿਛ ਨਹੀਂ ਪੈਂਦੀ ਹੈ, ਕਦੇ ਵੀ ਪਾਟਦਾ ਨਹੀਂ ਹੈ ਸੀਤਾ। ਸੀਤੋ ਸੀਤਾ ਮਹਿਮਾ ਮਾਹੇ। ਜੋ ਪ੍ਰਭੂ ਦੀ ਮਹਿਮਾ ਦੇ ਵਿੱਚ ਉਹਦਾ ਜਸ ਕਰਦਾ ਹੋਇਆ, ਉਹਦੀ ਵਡਿਆਈ ਕਰਦਾ ਹੋਇਆ, ਉਹਦੇ ਨਾਲ ਸੀਤਾ ਗਿਆ, ਪਰੋਤਾ ਗਿਆ, ਫਿਰ ਕਦੇ ਵੀ ਪਾਟਦਾ ਨਹੀਂ ਹੈ, ਕਦੇ ਵੀ ਪਾਟਕ ਨਹੀਂ ਪੈਂਦਾ ਹੈ, ਕਦੇ ਵੀ ਵਿਥ ਨਹੀਂ ਪੈਂਦੀ ਹੈ। ਫਿਰ ਕਾਇਆ ਰੂਪੀ ਕੱਪੜਾ ਵੀ ਭਾਵੇਂ ਕੋਈ ਪਾੜ ਦਵੇ, ਪਰ ਉਹ ਤਾਂ ਸਰੀਰ ਤੋਂ ਅੱਗਲੀ ਸਾਂਝ ਬਣ ਗਈ, ਉਹਨਾਂ ਦੀ ਰੂਹ ਦਾ ਮੇਲ ਬਣ ਗਿਆ, ਆਤਮਾ ਦਾ ਜੋੜ ਜੁੜ ਗਿਆ। ਜਿਵੇਂ ਭਾਈ ਮਤੀ ਦਾਸ ਸਾਹਿਬ ਜੀ ਨੂੰ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ, ਪਰ ਆਤਮਾ ਨੂੰ ਤਾਂ ਨਹੀਂ ਚੀਰ ਸਕੇ, ਰੂਹ ਦੀ ਸਾਂਝ ਤਾਂ ਨਹੀਂ ਤੋੜ ਸਕੇ। ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ, ਸ਼ਹੀਦ ਹੋ ਗਏ, ਪਰ ਜਿਹੜੀ ਅੰਦਰੋਂ ਸੁਰਤ ਜੁੜੀ ਹੋਈ ਸੀ ਉਸ ਨੂੰ ਤਾਂ ਨਹੀਂ ਦੂਰ ਕਰ ਸਕੇ। ਭਾਈ ਸਤੀ ਦਾਸ ਸਾਹਿਬ ਜੀ, ਐਸਾ ਮਨ ਸੀਤਾ ਹੈ, ਐਸੀ ਜਿੰਦ ਸੀਤੀ ਗਈ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਨਾਲ ਰੂਹ ਵਿੱਚ ਲਪੇਟ ਕਰਕੇ ਸ਼ਹੀਦ ਕਰ ਦਿੱਤਾ ਸਿੱਖ ਨੂੰ। ਸੀਤਾ ਕਦੇ ਨਾ ਪਾਟੈ, ਪਰ ਇਹੋ ਜਿਹੇ ਸੀਤੇ ਗਏ, ਐਸੇ ਜੁੜ ਗਏ, ਕਦੀ ਪਾਟੇ ਹੀ ਨਹੀਂ। ਬੰਦ ਬੰਦ ਕੱਟ ਦਿੱਤਾ ਭਾਈ ਮਣੀ ਸਿੰਘ ਜੀ ਦਾ, ਖੋਪਰ ਉਤਾਰ ਦਿੱਤਾ ਭਾਈ ਤਾਰੂ ਸਿੰਘ ਜੀ ਦਾ, ਤੂੰਬੇ ਤੂੰਬੇ ਉਡਾ ਦਿੱਤੇ ਭਾਈ ਸ਼ਵੇਗ ਸਿੰਘ ਤੇ ਸਹਿਬਾਜ ਸਿੰਘ ਦੇ, ਪਿਤਾ ਪੁੱਤਰ ਦੇ। ਪਰ ਅੰਦਰ ਦੀ ਜਿਹੜੀ ਰੂਹ ਦੀ ਸਾਂਝ ਸੀ ਗੁਰੂ ਸਾਹਿਬ ਦੇ ਨਾਲ, ਉਹਨੂੰ ਨਾ ਪਾੜ ਸਕੇ, ਉਸ ਨੂੰ ਨਾ ਤੋੜ ਸਕੇ। ਮਹਾਰਾਜ ਕਹਿੰਦੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਤੇ ਜਿਹੜਾ ਸੱਚ ਨਾਲ ਸੀਤਾ ਗਿਆ ਉਹ ਕਦੇ ਪਾਟਦਾ ਵੀ ਨਹੀਂ ਹੈ, ਉਹ ਸਦਾ ਜੁੜਿਆ ਰਹਿੰਦਾ, ਕਿਉਂਕਿ ਉਹਨਾਂ ਨੇ ਅੰਦਰੋਂ ਵਾਹਿਗੁਰੂ ਦੀ ਭਗਤੀ ਕਰਕੇ ਇਹ ਆਪਣੇ ਹਿਰਦੇ ਨੂੰ ਸੀਨਾ ਕੀਤਾ ਹੈ, ਪਰੋਣਾ ਕੀਤਾ ਹੈ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਣਾ। ਮਨ ਵਾਹਿਗੁਰੂ ਦੀ ਭਗਤੀ ਕਰਦੇ ਆ, ਭਗਤੀ ਨਾਲ ਪ੍ਰਭੂ ਦੇ ਨਾਲ ਸੀ ਦਿੱਤਾ ਹੈ। ਕਾਇਆ ਰੂਪੀ ਕੱਪੜਾ ਤੇ ਕੋਈ ਪਾੜ ਸਕਦਾ ਹੈ, ਪਰ ਅੰਦਰ ਦੀ ਸਾਂਝ ਨਹੀਂ ਕੋਈ ਪਾੜ ਸਕਦਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਜੋ ਪ੍ਰਭੂ ਨਾਲ ਜੁੜ ਜਾਂਦਾ ਹੈ ਉਹ ਸੀਤਾ ਹੋਇਆ ਕਦੇ ਪਾਟਦਾ ਨਹੀਂ ਹੈ। ਨਾਨਕ ਸਾਹਿਬ ਸੱਚੋ ਸੱਚਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਮੁਖੋ ਗੁਰਸਿੱਖੋ, ਉਹ ਮਾਲਕ ਪਰਮੇਸ਼ਰ ਸੱਚੋ ਸੱਚਾ ਹੈ। ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅੱਗੇ ਵੀ ਸੱਚਾ ਹੋਵੇਗਾ, ਉਹ ਸਦਾ ਹੀ ਸੱਚਾ ਹੈ। ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ। ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ
भी सच, है भी सच, भी सच, है भी सच। नानक होसी भी सच, नानक होसी भी सच। नानक होसी भी सच, नानक होसी भी सच। ਨਾਨਕ ਸਾਹਿਬ ਸੱਚੋ ਸੱਚਾ। ਸਾਹਿਬ ਦਾ ਅਰਥ ਹੈ ਮਾਲਕ, ਮਾਲਕ ਉਹ ਵਾਹਿਗੁਰੂ ਅਕਾਲ ਪੁਰਖ। ਉਹ ਪ੍ਰਭੂ ਸੱਚੋ ਸੱਚਾ, ਭਾਵ ਸਦਾ ਵਾਸਤੇ ਸੱਚਾ, ਸਾਰੇ ਸਮਿਆਂ ਵਿੱਚ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਸਾਹਿਬ ਦਾ ਅਰਥ ਹੈ ਮਾਲਕ। ਉਹ ਮਾਲਕ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੀ ਹੈ ਤੇ ਉਹ ਸੱਚਾ ਮਾਲਕ ਹੈ, ਸੱਚਾ ਸਾਹਿਬ ਹੈ। ਜਿਵੇਂ ਜਪਜੀ ਸਾਹਿਬ ਚ ਗਰੀਬ ਨਵਾਜ ਕਹਿੰਦੇ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਉਹ ਸੱਚਾ ਸਾਹਿਬ ਹੈ, ਉਹਦੀ ਸਾਹਿਬੀ ਸਦੀਵੀ ਹੈ, ਉਸ ਦੀ ਹਕੂਮਤ ਸਦੀਵੀ ਹੈ। ਉਹ ਸੱਚੋ ਸੱਚਾ ਹੈ, ਸਾਰੇ ਸਮਿਆਂ ਵਿੱਚ ਸੱਚਾ ਹੈ। ਤਿੱਚਰ ਤਿੰਨਾ ਚਿਰ, ਜਿੰਨਾ ਚਿਰ ਜ਼ਿੰਦਗੀ ਹੈ, ਜਿੰਨਾ ਚਿਰ ਸਵਾਸ ਹੈ, ਜਾਪੀ ਜਾਪੇ, ਉਸ ਨੂੰ ਜਪੀ ਜਾਵੇ। ਜਾਪੀ ਜਿਹੜਾ ਜਪਣੇ ਯੋਗ ਹੈ, ਉਸ ਨੂੰ ਜਾਪੇ, ਜਪਣਾ ਕਰੇ। ਉਹ ਸੱਚੇ ਨੂੰ ਜਪੇ ਸਦਾ ਵਾਸਤੇ। ਜਿੰਨਾ ਚਿਰ ਸਵਾਸ ਹੈ ਉਨਾ ਚਿਰ ਭਾਈ ਉਸ ਨੂੰ ਜਪੀ ਜਾਵੇ, ਫਿਰ ਉਹਦੇ ਨਾਲ ਸਾਂਝ ਬਣੇਗੀ, ਫਿਰ ਕਦੇ ਵੀ ਟੁੱਟੇਗੀ ਨਹੀਂ। ਅਗਲੇ ਸ਼ਲੋਕ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ, ਜੀਵਾਂ ਨੂੰ ਤਾਰਦੇ ਤਾਰਦੇ ਇੱਕ ਸੇਖ ਦੇ ਪਾਸ ਮਹਾਰਾਜ ਸਾਹਿਬ ਜੀ ਦਾ ਮਿਲਾਪ ਹੁੰਦਾ। ਉਸ ਸੇਖ ਨੇ ਪੁੱਛਿਆ, ਜੀ ਆ ਕੁੱਠਾ ਖਾ ਲੈਣਾ ਚਾਹੀਦਾ ਜੀ? ਮਹਾਰਾਜ ਸਾਹਿਬ ਜੀ ਨੂੰ ਕਹਿੰਦਾ, ਸੁਭਾਵਿਕ ਹੀ ਹੈ, ਪੁੱਛਦੇ ਰਹਿੰਦੇ ਆ ਕਈ, ਜਿਵੇਂ ਕੋਈ ਪੁੱਛਦਾ ਵੀ ਇਸ ਤਰ੍ਹਾਂ ਖਾ ਲੈਣਾ ਚਾਹੀਦਾ, ਉਸ ਤਰ੍ਹਾਂ ਖਾ ਲੈਣਾ ਚਾਹੀਦਾ। ਅਸਲ 'ਚ ਜਿਹਨੇ ਨਹੀਂ ਖਾਣਾ ਉਹਨੇ ਨਹੀਂ ਖਾਣਾ, ਜਿਹਨੇ ਖਾਣਾ ਉਹਨੇ ਖਾਈ ਜਾਣਾ। ਪਰ ਸਵਾਦ ਲੈਣ ਵਾਸਤੇ ਵੀ ਕਈ ਪੁੱਛਦੇ ਹੁੰਦੇ ਵੀ ਕਿਸੇ ਨੂੰ ਪੁੱਛ ਲਈਏ, ਵੀ ਕਿਸੇ ਤੋਂ ਸਰਟੀਫਿਕੇਟ ਲੈ ਲਈਏ। ਕੋਈ ਕਹਿ ਦਵੇ ਵੀ ਠੀਕ ਹੈ ਜੀ ਖਾ ਲਾ, ਜੀ ਤੇ ਆਪਦਾ ਹੀ ਕਰਦਾ ਹੁੰਦਾ ਖਾਣ ਖੋਣ ਨੂੰ, ਦੂਜੇ ਨੂੰ ਤੇ ਐਵੇਂ ਹੀ ਪੁੱਛਦੇ। ਤੋ ਇਸ ਕਰਕੇ ਉਹ ਸੇਖ ਨੇ ਵੀ ਪੁੱਛਿਆ, ਜੀ ਕਹਿੰਦਾ ਕੁੱਠਾ ਮਾਰੇ ਖਾ ਲੈਣਾ ਚਾਹੀਦਾ, ਜਿਵੇਂ ਇੱਧਰ ਕਹਿੰਦੇ ਝਟਕਾ ਖਾ ਲੈਣਾ ਚਾਹੀਦਾ। ਵੀ ਜਿੰਨੇ ਨਹੀਂ ਖਾਣਾ ਹੁਣ ਉਸਨੇ ਨਹੀਂ ਖਾਣਾ, ਜਿੰਨੇ ਖਾਣਾ ਵਾ ਉਹਨੇ ਖਾਈ ਜਾਣਾ, ਉਹਨੂੰ ਜਿੰਨਾ ਮਰਜ਼ੀ ਰੋਕੋ ਨਹੀਂ ਹਟਦਾ। ਹੁਣ ਗੁਰਬਾਣੀ ਵੇਖੋ ਕਿੰਨਾ ਉਪਦੇਸ਼ ਦਿੰਦੀ ਆ। ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਵੀ ਭੰਗ ਪੀਣ ਦੇ ਨਾਲ, ਇਸੇ ਤਰ੍ਹਾਂ ਮੱਛੀ ਖਾਣ ਵਾਲਾ, ਸ਼ਰਾਬ ਪੀਣ ਵਾਲਾ, ਪਾਨ ਚੱਬਣ ਵਾਲਾ, ਸਭ ਕੁਝ ਕਰਦਾ ਕਰਾਉਂਦਾ ਭਗਤ ਜੀ ਕਹਿੰਦੇ ਰਸਾਤਲ ਨੂੰ ਜਾਂਦਾ। ਫਿਰ ਇਸੇ ਤਰ੍ਹਾਂ ਇੱਕ ਕਾਜੀ ਨੇ ਕੁਕੜੀ ਮਰੋੜ ਦਿੱਤੀ ਸੀ, ਉਹ ਤਾਂ ਹੁਣ ਉਹਦੀ ਮਰੋੜ ਦਿੰਦੇ, ਜਿਹੜੇ ਖਾਣ ਵਾਲੇ ਆ ਮਰੋੜ ਕੇ ਪਾਸੇ ਸੁੱਟ ਦਿੰਦੇ ਆ। ਇੱਥੇ ਸੁਲਤਾਨਪੁਰ ਦੀ ਗੱਲ ਹੈ, ਮਹਾਰਾਜ ਸਾਹਿਬ ਜੀ ਤੁਰੇ ਜਾ ਰਹੇ ਸੀ ਗਲੀ ਵਿੱਚ ਦੀ, ਉਹ ਕਾਜੀ ਨੇ ਮੁਰਗੀ ਮਰੋੜ ਕੇ ਉਹ ਤੇ ਤਾਜੀ ਤਾਜੀ ਤੇ ਜਦੋਂ ਉਹਦੀ ਧੌਣ ਪਾਸੇ ਰੱਖੀ, ਉਹ ਲੱਗਾ ਹੀ ਬਣਾਉਣ ਖਾਣ ਵਾਸਤੇ, ਉਹ ਉਹਦੇ ਹੱਥੋਂ ਛੁੱਟ ਗਈ। ਹੁਣ ਜਦੋਂ ਉਹਦੀ ਜਾਨ ਨਿਕਲਦੀ ਇੱਕ ਖੰਭ ਤੇ ਮਾਰਦੀ ਹੈ ਨਾ, ਫਰ ਫਰ ਕਰਕੇ ਹੱਥੋਂ ਛੁੱਟ ਗਈ, ਤੇ ਉਹ ਜਦੋਂ ਛੁੱਟੀ ਤੇ ਉਹਦੇ ਛਿੱਟੇ ਉੱਤੇ ਪੈ ਗਏ ਕਾਜੀ ਚੋਲੇ ਦੇ ਉੱਤੇ। ਕਹਿੰਦਾ ਵੀ ਖੂਨ ਲੱਗ ਗਿਆ ਤੇ ਮੇਰਾ ਜਾਮਾ ਪਲੀਤ ਹੋ ਗਿਆ। ਮਹਾਰਾਜ ਕਹਿੰਦੇ ਖੂਨ ਲੱਗਣ ਨਾਲ ਤੇਰਾ ਕੱਪੜਾ ਤੇ ਚੋਲਾ ਤੇ ਪਲੀਤ ਹੋ ਗਿਆ, ਮੈਲਾ ਹੋ ਗਿਆ, ਤੇ ਖੂਨ ਪੀਣ ਦੇ ਨਾਲ, ਬੋਟੀਆਂ ਖਾਣ ਦੇ ਨਾਲ ਤੇਰਾ ਅੰਦਰ ਸੁੱਧ ਹੀ ਰਹਿੰਦਾ। ਕਿ ਜੇ ਖੂਨ ਤੇਰੇ ਬਾਹਰ ਚੋਲੇ ਨੂੰ ਲੱਗ ਗਿਆ, ਤੂੰ ਕਹਿੰਦਾ ਮੇਰਾ ਜਾਮਾ ਪਲੀਤ ਹੋ ਗਿਆ, ਮੈਲਾ ਹੋ ਗਿਆ, ਤੇ ਖੂਨ ਜਿਹੜਾ ਤੂੰ ਇਹਦਾ ਰਿੰਨ ਕੇ ਪੀਣਾ, ਬੋਟੀਆਂ ਖਾਣੀਆਂ, ਹੱਡੀਆਂ ਚੱਬਣੀਆਂ, ਤੇ ਅੰਦਰ ਵਾਲਾ ਸੁੱਧ ਹੀ ਰਹੂਗਾ ਤੇਰਾ। ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ, ਤਿੰਨ ਕਿਉਂ ਨਿਰਮਲ ਚੀਤ। ਮਹਾਰਾਜ ਸਾਹਿਬ ਜੀ ਤੇ ਨਹੀਂ ਖਾਣ ਦਾ ਕਿਤੇ ਇਹ ਆਗਿਆ ਦਿੰਦੇ।
ਗਰੀਬ ਨਵਾਜ ਸਾਹਿਬ ਨੇ ਬਾਣੀ ਦੇ ਵਿੱਚ ਥਾਂ ਥਾਂ ਤੇ ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਆ ਕੇ ਆਖਿਆ, ਕਹਿੰਦੇ ਕਬੀਰ ਸਾਹਿਬ ਜੀ ਆ ਖਿਚੜੀ ਖਾਂਦੇ ਰਹਿੰਦੇ ਜੇ, ਦਾਲ ਹੀ ਪੀਂਦੇ ਰਹਿੰਦੇ ਜੇ, ਸਾਡੇ ਨਾਲ ਆਓ ਤੇ ਸ਼ਿਕਾਰ ਖੇਡਣ ਚੱਲ ਗਏ ਤੇ ਤੁਹਾਨੂੰ ਕੋਈ ਤਰੀ ਤੁਰੀ ਪਿਆਵਾਂਗੇ, ਮਾਸ ਖਵਾਵਾਂਗੇ। ਭਗਤ ਜੀ ਕਹਿੰਦੇ ਵੀ ਤੂੰ ਖਾਈ ਚੱਲ, ਮੈਨੂੰ ਕਾਹਤੋਂ ਕਹਿਣਾ। ਕਹਿੰਦੇ ਭਗਤ ਜੀ ਆ ਤੁਸੀਂ ਤਾਂ ਖਿਚੜੀ ਖਾਂਦੇ ਰਹਿੰਦੇ ਜੇ, ਆਓ ਮਾਸ ਖਵਾਉਣੇ ਤੁਹਾਨੂੰ। ਭਗਤ ਜੀ ਕਹਿੰਦੇ ਭਾਈ ਇਹ ਤੈਨੂੰ ਹੀ ਠੀਕ ਵਾ, ਮੈਨੂੰ ਤੇ ਖਿਚੜੀ ਚੰਗੀ ਆ। ਉੱਥੇ ਫਿਰ ਬਚਨ ਉਚਾਰਿਆ ਸੀ, ਕਬੀਰ ਖੂਬ ਖਾਨਾ ਖਿਚੜੀ ਜਾਮਹਿ ਅੰਮ੍ਰਿਤ ਲੋਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕਹਿੰਦੇ ਵੀ ਇਹ ਸ਼ਿਕਾਰ ਦੇ ਨਾਲ ਰੋਟੀ ਖਾਣ ਦੇ ਨਾਲ ਫਿਰ ਆਪਣਾ ਗਲਾ ਕੌਣ ਕਟਾਵੇ, ਵੀ ਜੇ ਕਿਸੇ ਨੂੰ ਮਾਰਨਾ ਉਹਦੇ ਥਾਂ ਤੇ ਫਿਰ ਆਪ ਨੂੰ ਵੀ ਮਰਨਾ ਪੈਣਾ, ਜੇ ਕਿਸੇ ਦਾ ਸਿਰ ਵੱਢਿਆ ਨਾ ਉਹਦੇ ਥਾਂ ਤੇ ਆਪ ਦਾ ਵੀ ਵਢਾਉਣਾ ਪੈਣਾ। ਇਸ ਕਰਕੇ ਮਨੁੱਖ ਨੂੰ ਹੋਰ ਬਥੇਰੀਆਂ ਚੀਜ਼ਾਂ ਰੱਬ ਨੇ ਦਿੱਤੀਆਂ ਵਾ, ਜੇ ਤਾਕਤ ਵਾਸਤੇ ਹੀ ਖਾਣੀਆਂ। ਕਈ ਬੰਦੇ ਕਹਿੰਦੇ ਨਾ ਵੀ ਤਾਕਤ ਵਾਸਤੇ ਖਾਈਦਾ ਜੀ, ਇਹ ਤਾਕਤ ਵਾਸਤੇ ਆ ਦੁੱਧ ਵੇਖੋ ਦਿੱਤਾ ਮਹਾਰਾਜ ਨੇ, ਭਾਵੇਂ ਇਹਦਾ ਪਨੀਰ ਬਣਾ ਕੇ ਖਾ ਲਵੇ, ਭਾਵੇਂ ਖੀਰ ਬਣਾ ਕੇ ਖਾ ਲਵੇ, ਮੱਖਣੀ ਬਣਾ ਕੇ ਖਾ ਲਵੇ, ਇਹਦਾ ਘਿਓ ਬਣਾ ਕੇ ਖਾ ਲਵੇ। ਤਾਕਤ ਵਾਸਤੇ ਹੋਰ ਫਲ ਫਰੂਟ ਕਿੰਨੇ ਵੀ ਤਾਕਤ ਉਹਦੇ ਵਿੱਚੋਂ ਹੀ ਆਉਣੀ, ਹੋਰ ਕਿੰਨਾ ਕੋਈ ਤਾਕਤ ਵਾਸਤੇ। ਇਸੇ ਤਰ੍ਹਾਂ ਉਸ ਸੇਖ ਨੇ ਪੁੱਛਿਆ ਮਹਾਰਾਜ ਸਾਹਿਬ ਦੇ ਕੋਲੋਂ, ਤੇ ਸਤਿਗੁਰੂ ਕਹਿੰਦੇ ਵੀ ਤੈਨੂੰ ਦੱਸਦੇ ਆ ਵੀ ਹਲਾਲ ਕੀ ਕਰਨਾ ਚਾਹੀਦਾ ਵਾ, ਕੁੱਠਾ ਕਿਹੜਾ ਕਿਹਨੂੰ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜੇ ਕੁੱਠਾ ਹੀ ਕਰਨਾ ਨਾ ਚਕੋਣਾ ਤੇ ਬੱਕਰੇ ਨੂੰ ਨਹੀਂ ਕੋਣਾ ਚਾਹੀਦਾ, ਆਪਣੇ ਮਨ ਨੂੰ ਕਹੋ। ਜੇ ਮਾਰਨਾ ਵਾ ਤੇ ਬੱਕਰੇ ਨੂੰ ਕਿਉਂ ਮਾਰਦਾ, ਆਪਣੇ ਮਨ ਨੂੰ ਮਾਰ ਜਿਹਦੇ ਸਾਰੇ ਪਵਾੜੇ ਆ। ਇਸ ਸ਼ਲੋਕ ਦੇ ਵਿੱਚ ਉਹ ਸੇਖ ਦੇ ਪੁੱਛਣ ਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹਨੇ ਪੁੱਛਿਆ ਕਿ ਮਹਾਰਾਜ ਕੁੱਠਾ ਖਾ ਲੈਣਾ ਚਾਹੀਦਾ, ਤੇ ਗੁਰੂ ਸਾਹਿਬ ਨੇ ਫਿਰ ਉਸ ਨੂੰ ਦੱਸਿਆ ਵੀ ਕੋਣਾ ਵਾ, ਜੇ ਕੁੱਠਾ ਕਰਨਾ ਵਾ ਤੇ ਆਪਣੇ ਮਨ ਨੂੰ ਕਰ। ਇਹਦੇ ਵਿੱਚ ਛੁਰੀ ਦੀ ਗੱਲ ਕਰਦੇ ਆ ਇਸ ਸ਼ਲੋਕ ਦੇ ਵਿੱਚ, ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਕੁੱਠਾ ਕਰਨਾ, ਕਿਹੜਾ ਹਲਾਲ ਖਾਣਾ ਹੈ। ਉਹਨੇ ਕਿਹਾ ਜੀ ਹਲਾਲ ਖਾ ਲੈਣਾ ਚਾਹੀਦਾ। ਉਹ ਫਿਰ ਸਹਿਜੇ ਸਹਿਜੇ ਮਾਰਦੇ ਆ ਨਾ ਹਲਾਲ, ਜਦੋਂ ਕਰਦੇ ਸਾਹ ਰਗ ਵੱਢਦੇ, ਬੜਾ ਤੜਫਾ ਤੜਫਾ ਕੇ ਮਾਰਦੇ, ਫਿਰ ਖਾਂਦੇ ਬਣਾ ਕੇ। ਤਾਂ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਸੇਖ ਦੇ, ਕਿਉਂਕਿ ਤਰ੍ਹਾਂ ਤਰ੍ਹਾਂ ਦੀ ਦੁਨੀਆ ਸੰਸਾਰ 'ਚ ਬਾਬਾ ਜੀ ਨੂੰ ਮਿਲੀ, ਤੇ ਜਿੰਨੇ ਪ੍ਰਕਾਰ ਦੀ ਦੁਨੀਆ ਉਨੇ ਪ੍ਰਕਾਰ ਦੇ ਉਹਨਾਂ ਨੇ ਸਵਾਲ ਕੀਤੇ, ਉਹਨਾਂ ਸਵਾਲਾਂ ਦੇ ਉੱਤਰ ਬਾਬਾ ਜੀ ਨੇ ਦਿੱਤੇ। ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਸੱਚ ਕੀ ਕਾਤੀ ਸੱਚ ਸਭ ਸਾਰ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦਾ ਹਲਾਲ ਕਰ, ਇਸ ਤਰ੍ਹਾਂ ਦਾ ਇਹ ਪੁੱਠਾ ਤਿਆਰ ਕਰ। ਸੱਚ ਕੀ ਕਾਤੀ, ਜਿਹੜਾ ਸੱਚ ਨਾਲ ਜੁੜਨਾ ਨਾ, ਇਹ ਸੱਚ ਦੀ ਛੁਰੀ ਬਣਾ। ਆਪਣੇ ਹੱਥ ਵਿੱਚ ਸੱਚ ਦੀ ਛੁਰੀ ਲੈ, ਆ ਛੁਰੀ ਲੈ ਕਰਕੇ ਬੱਕਰੇ ਦੀ ਸਾਹ ਰਗ ਤੇ ਫੇਰ ਕੇ ਨਾ ਐਵੇਂ ਬਹਾਦਰ ਬਣੀ ਜਾ ਵੀ ਮੈਂ ਬੱਕਰੇ ਨੂੰ ਵੱਢ ਲੈਣਾ ਤੇ ਮੈਂ ਹੀ ਬਹਾਦਰ ਹਾਂ। ਜਿੱਥੇ ਕਿਤੇ ਚਲਾਉਣੀ ਪਵੇ ਉੱਥੇ ਚਲਾਉਂਦਾ ਵੀ ਨਹੀਂ। ਸੱਚ ਕੀ ਕਾਤੀ ਸੱਚ ਸਭ ਸਾਰ, ਹੱਥ ਦੇ ਵਿੱਚ ਛੁਰੀ ਕਿਹੜੀ ਫੜਨੀ, ਮਹਾਰਾਜ ਸਾਹਿਬ ਕਹਿੰਦੇ ਸੱਚ ਦੀ ਛੁਰੀ ਫੜ, ਸੱਚ ਦੀ ਭਾਵ ਸੱਚ ਦਾ ਪੱਲਾ ਫੜ, ਸੱਚ ਨਾਲ ਜੁੜ, ਖੁਦਾ ਨਾਲ ਜੁੜ। ਸੱਚ ਸਭ ਸਾਰ, ਸਾਰਿਆਂ ਦੇ ਵਿੱਚ ਜੋ ਸੱਚ ਦੀ ਜੋਤ ਨੂੰ ਤੱਕਣਾ ਨਾ, ਸਾਰਿਆਂ ਦੇ ਵਿੱਚ ਸੱਚ ਨੂੰ ਸਾਰ ਸੰਭਾਲਣਾ ਕਰ, ਸਾਰਿਆਂ ਵਿੱਚ ਸੱਚ ਦੀ ਜੋਤ ਨੂੰ ਵੇਖ, ਇਹ ਸੱਚ ਦੀ ਛੁਰੀ ਲੈਣਾ ਕਰ। ਤੇ ਛੁਰੀ ਜਿਹੜੀ ਹੈ ਉਹਦੀ ਘਾੜਤ, ਮਹਾਰਾਜ ਕਹਿੰਦੇ ਜਿਹੜੀ ਸੱਚ ਦੀ ਛੁਰੀ ਹੈ ਨਾ, ਇਹਦੀ ਘਾੜਤ ਬੜੀ ਅਪਰਪਾਰ ਹੈ, ਬਹੁਤ ਸੁੰਦਰ ਤੋਂ ਸੁੰਦਰ ਹੈ। ਭਾਵ ਜਿਹੜਾ ਸੱਚ ਹੈ ਉਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸੱਚ ਅਪਰ ਅਪਾਰ ਹੈ, ਪਰੇ ਤੋਂ ਪਰੇ ਹੈ, ਬੇਅੰਤ ਹੈ, ਤੇਰਾ ਅੰਤ ਨਾ ਪਾਰਾ ਵਰਿਆ। ਸੱਚ ਦੀ ਛੁਰੀ ਦੀ ਘਾੜਤ ਬਣਾਵਟ ਬਹੁਤ ਸੁੰਦਰ ਹੈ। ਸਭ ਦੇ ਫਿਰ ਛੁਰੀ ਜਿਹੜੀ ਆ ਉਹ ਤਿੱਖੀ ਹੋਵੇ ਤੇ ਤਾਂ ਫਿਰ ਕੰਮ ਕਰਦੀ ਆ। ਮਹਾਰਾਜ ਕਹਿੰਦੇ ਸੱਚ ਦੀ ਜਿਹੜੀ ਛੁਰੀ ਹੈ ਨਾ, ਇਹ ਸ਼ਬਦ ਦੀ ਸਾਣ ਦੇ ਉੱਤੇ ਲਾ ਇਹਨੂੰ। ਗੁਰੂ ਕੇ ਸ਼ਬਦ ਰੂਪੀ ਜਿਹੜੀ ਸਾਣ ਹੈ ਨਾ, ਗੁਰੂ ਕੇ ਉਪਦੇਸ਼ ਰੂਪੀ ਸਾਣ, ਉਹ ਸਾਣ ਦੇ ਉੱਤੇ ਲਾ ਕਰਕੇ ਫਿਰ ਉਹਨੂੰ ਤਿੱਖਾ ਕੀਤਾ ਹੈ ਨਾ, ਕਹਿੰਦੇ ਐ ਸ਼ਾਨ ਦੇ ਉੱਤੇ ਲਵਾਈ ਹੋਈ ਹੈ। ਤੇ ਸਭ ਦੇ ਸਾਣ ਰਖਾਈ ਲਾਏ, ਰਖਾ ਕੇ ਇਹ ਲਾ ਕੇ ਰੱਖ,
ਇਸ ਤਰ੍ਹਾਂ ਆਪਣੇ ਪਾਸ ਰੱਖਣਾ ਕਰ। ਗੁਰੂ ਕੇ ਸ਼ਬਦ ਰੂਪੀ ਸਾਣ ਦੇ ਉੱਤੇ ਇਹਨੂੰ ਤਿੱਖੀ ਕਰ। ਗੁਣ ਕੀ ਖੇਮੈ ਵਿੱਚ ਸਨਾਏ। ਫਿਰ ਸ਼ੁਭ ਗੁਣਾ ਰੂਪੀ ਜਿਹੜਾ ਹੈ ਨਾ, ਇਹ ਮਿਆਨ ਬਣਾ, ਮਿਆਨ। ਸੱਚ ਦੀ ਛੁਰੀ ਨੂੰ ਇਸ ਸ਼ੁਭ ਗੁਣਾ ਰੂਪੀ ਮਿਆਨ ਦੇ ਵਿੱਚ ਪਾ ਕੇ ਸਮਾ ਕੇ ਰੱਖ। ਠੇਕਾ ਨਾਮ ਮਿਆਨ ਦਾ ਹੈ। ਗੁਣ ਕੀ ਠੇਕਾ ਵਿੱਚ ਸਮਾਏ। ਜਿਹੜੇ ਸ਼ੁਭ ਗੁਣ ਧਾਰਨ ਕਰਨੇ ਨਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਅਹਿੰਸਾ, ਦਇਆ, ਅੰਮ੍ਰਿਤ, ਸਤ ਬਚਨ, ਤਪ, ਦਾਨ, ਸੀਲ, ਸੌਚ ਆਦਿਕ, ਇਹਨਾਂ ਸ਼ੁਭ ਗੁਣਾ ਰੂਪੀ ਮਿਆਨ ਦੇ ਵਿੱਚ ਇਸ ਨੂੰ ਸਮਾ ਕੇ ਰੱਖ। ਇਹ ਜਿਹੜੀ ਸੱਚ ਦੀ ਛੁਰੀ ਹੈ, ਜਿਸ ਦਾ ਮੁਖਾ ਹੋਵੇ ਸੇਕ। ਇਹ ਸੇਖ, ਸ਼ੇਖ ਨੂੰ ਮਹਾਰਾਜ ਸੰਬੋਧਨ ਹੋ ਕੇ ਕਹਿ ਰਿਹਾ, ਇਹ ਸ਼ੇਖ, ਫਿਰ ਐਸੀ ਛੁਰੀ ਦੇ ਨਾਲ ਇਹ ਮਨ ਕੋਇਆ ਜਾਵੇਗਾ। ਮਨ ਨੂੰ ਪੁੱਠਾ ਕਰਨਾ ਕਰ, ਮਨ ਦਾ ਗਲਾ ਵੱਢ, ਮਨ ਦੀ ਸਾਰ ਅੱਗ ਕੱਟ। ਜਿੰਨੇ ਸਾਰੇ ਪਵਾੜੇ ਪਾਏ ਆ, ਜਿਹੜਾ ਭਜਾਈ ਫਿਰਦਾ ਵਾ। ਕਬਹੂ ਜੀੜਾ ਊਬ ਚੜਤਾ ਹੈ, ਕਬਹੂ ਜਾਏ ਪਏ ਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਇਹ ਬੱਕਰੇ ਦੀ ਸਾਹ ਅੱਗ ਨਾ ਕੱਟ, ਮਨ ਦੀ ਸਾਹ ਅੱਗ ਕੱਟ। ਤਿਸ ਦਾ ਕੁੱਠਾ ਹੋਵੇ ਸੇਖ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਫਿਰ ਐਸੀ ਛੁਰੀ ਦੇ ਨਾਲ ਇਹ ਮਨ ਕੋਇਆ ਜਾਵੇਗਾ, ਮਨ ਕੁੱਠਾ ਹੋ ਜਾਵੇਗਾ। ਲੋਹੂ ਡੱਬ ਨਿਕੱਥਾ ਵੇਖ। ਜਦੋਂ ਫਿਰ ਮਨ ਨੂੰ ਕੋਇਆ ਜਾਵੇਗਾ, ਮਨ ਮਰੇਗਾ। ਇਹ ਸੱਚ ਦੀ ਛੁਰੀ ਨਾਲ ਜੁੜ ਕਰਕੇ, ਸੱਚ ਦੀ ਛੁਰੀ ਦੇ ਨਾਲ ਇਹ ਮਨ ਨੂੰ ਕੋਇਆ ਜਾਵੇਗਾ। ਤੇ ਫਿਰ ਲਹੂ ਨਿਕਲਣਾ ਨਾ, ਜਦੋਂ ਬੱਕਰੇ ਨੂੰ ਵੀ ਕਹਿੰਦੇ ਉਹਦੇ ਚ ਲਹੂ ਨਿਕਲਦਾ, ਇਹਦੇ ਚ ਲਹੂ ਕਿਹੜਾ ਨਿਕਲੇਗਾ? ਮਹਾਰਾਜ ਕਹਿੰਦੇ ਜਿਹੜਾ ਲੱਭ ਨਿਕਲ ਜਾਵੇਗਾ, ਲੱਭ ਇਹਦੇ ਚੋਂ ਬਾਹਰ ਨਿਕਲ ਜਾਵੇਗਾ। ਜਦੋਂ ਸੱਚ ਨਾਲ ਜੁੜ ਜਾਵੇਗਾ, ਸ਼ੁਭ ਗੁਣਾਂ ਨਾਲ ਜੁੜ ਜਾਵੇਗਾ, ਸੱਚ ਦੀ ਛੁਰੀ ਚੱਲੇਗੀ ਨਾ ਮਨ ਦੇ ਉੱਤੇ, ਤੇ ਫਿਰ ਮਨ ਵਿੱਚੋਂ ਲਹੂ ਨਿਕਲੇਗਾ। ਉਹ ਕਿਹੜਾ? ਲੱਭ ਦਾ ਲਹੂ। ਲੱਭ ਹੁੰਦਾ ਵਾ ਖਾਣ ਦਾ ਲਾਲਚ, ਵੀ ਫਿਰ ਤੇਰੇ ਅੰਦਰੋਂ ਖਾਣ ਦਾ ਲਾਲਚ ਹੀ ਮੁੱਕ ਜਾਵੇਗਾ। ਜਿਹੜਾ ਸੱਚ ਨਾਲ ਜੁੜ ਜਾਵੇ, ਉਹਦੇ ਅੰਦਰ ਖਾਣ ਦਾ ਲਾਲਚ ਹੀ ਮੁੱਕ ਜਾਂਦਾ। ਜੇ ਉਹਨੂੰ ਚੰਗੇ ਪਦਾਰਥ ਮਿਲ ਜਾਣ, ਉਹ ਤਾਂ ਵੀ ਛੱਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ। ਜੇ ਨਾ ਮਿਲਣ ਤੇ ਰੁੱਖੀ ਸੁੱਖੀ ਖਾ ਕੇ, ਠੰਡਾ ਪਾਣੀ ਪੀ ਕੇ ਵੀ ਸ਼ੁਕਰਾਨਾ ਹੀ ਕਰਦਾ ਹੈ। ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਤਾਂ ਛੋਲੇ ਚੱਬ ਕੇ ਵੀ ਕਹਿੰਦਾ ਬਦਾਮ ਹੀ ਖਾਦੇ ਆ। ਖਾਲਸੇ ਜਦੋਂ ਜੰਗਲਾਂ 'ਚ ਰਹਿੰਦੇ ਸੀ, ਛੋਲੇ ਮਿਲਦੇ ਸੀ 7 ਦਿਨਾਂ ਦੇ ਭੁੱਖਿਆਂ ਨੂੰ, ਤੇ ਛੋਲਿਆਂ ਦੇ ਨਾਮ ਬਦਾਮ ਹੀ ਰੱਖੇ ਹੋਏ ਸੀ। ਬਹਿ ਪ੍ਰਸ਼ਾਦੇ ਮਿਲਨੇ ਤੇ ਉਹਨਾਂ ਨੂੰ ਮਿੱਠੇ ਪ੍ਰਸ਼ਾਦੇ ਕਹਿ ਕੇ ਛਕ ਲੈਣਾ, ਸ਼ੁਕਰਾਨਾ ਕਰਨਾ। ਉਦੋਂ ਤੋਂ ਚੱਲਿਆ ਗੁਰੂ ਕੇ ਲੰਗਰਾਂ 'ਚ ਇਹ ਬੋਲਾ ਵੀ ਰਾਤ ਵਾਲੇ ਪ੍ਰਸ਼ਾਦੇ ਜੇ ਕਿਤੇ ਸਵੇਰੇ ਵਰਤਾਉਣੇ ਪੈਣ ਅੰਮ੍ਰਿਤ ਵੇਲੇ, ਤੇ ਆਵਾਜ਼ ਦੇ ਕੇ ਵਰਤਾਏ ਜਾਂਦੇ, ਮਿੱਠੇ ਪ੍ਰਸ਼ਾਦੇ ਵਾਹਿਗੁਰੂ ਜੀ, ਮਿੱਠੇ ਪ੍ਰਸ਼ਾਦੇ। ਕਈ ਵਿੱਚ ਫਿਰ ਫਸ ਵੀ ਜਾਂਦੇ, ਉਹਨਾਂ ਦਾ ਇਰਾਦਾ ਸ਼ਾਇਦ ਵਿੱਚ ਗੁੜ ਸ਼ੱਕਰ ਪਾ ਕੇ ਜਾਂ ਖੰਡ ਬਣਾ ਕੇ ਬਣਾਏ ਹੋਣੇ, ਪਰ ਖਾਲਸੇ ਦਾ ਬੋਲਾ ਵਾ, ਰਾਤ ਵਾਲੇ ਪ੍ਰਸ਼ਾਦਿਆਂ ਨੂੰ ਜਦੋਂ ਸਵੇਰੇ ਵਰਤਾਇਆ ਜਾਂਦਾ, ਉਦੋਂ ਮਿੱਠੇ ਕਹਿ ਕੇ ਵਰਤਾਇਆ ਜਾਂਦਾ। ਤੋ ਇਸ ਤਰੀਕੇ ਨਾਲ ਉਹਨਾਂ ਦੇ ਅੰਦਰ ਸਬਰ ਸੰਤੋਖ ਆ ਜਾਂਦਾ। ਮਹਾਰਾਜ ਕਹਿੰਦੇ ਵੀ ਜਦੋਂ ਇਹ ਸੱਚ ਦੀ ਛੁਰੀ ਚੱਲੇਗੀ ਨਾ ਸੇਖ, ਮਨ ਕੋਇਆ ਜਾਵੇਗਾ, ਮਨ ਹਲਾਲ ਹੋਵੇਗਾ, ਫਿਰ ਇਹਦੇ ਚੋਂ ਲਹੂ ਨਿਕਲੇਗਾ। ਉਹ ਲੱਭ ਦਾ ਲਹੂ ਨਿਕਲੇਗਾ। ਤੂੰ ਵੇਖੇਗਾ ਲੋਹੂ ਲੱਭ ਨਿਕੱਥਾ, ਨਿਕੱਥਾ ਮੈਨੇ ਨਿਕਲੇਗਾ, ਨਿਕਲਦਾ ਹੋਇਆ ਵੇਖ, ਤੂੰ ਵੇਖ। ਫਿਰ ਤੇਰੇ ਅੰਦਰੋਂ ਇਹ ਲਾਲਚ ਰੂਪੀ, ਲੋਭ ਰੂਪੀ ਜਿਹੜਾ ਲੱਭ ਖਾਣ ਦਾ ਲਾਲਚ ਹੈ, ਇਹ ਲਹੂ ਨਿਕਲ ਜਾਵੇਗਾ ਬਾਹਰ। ਭਾਵ ਤੇਰੇ ਅੰਦਰੋਂ ਲਾਲਚ ਮੁੱਕ ਜਾਵੇਗਾ ਖਾਣ ਦਾ। ਹੋਏ ਹਲਾਲ ਲੱਗੇ ਹੱਕ ਜਾਏ। ਫਿਰ ਹਲਾਲ ਹੋ ਜਾਵੇਗਾ। ਹਲਾਲ ਉਹਨੂੰ ਉਹ ਕਹਿੰਦੇ ਆ ਵੀ ਹੁਣ ਇਹ ਜਦੋਂ ਖੋਹ ਲਿਆ ਨਾ ਬੱਕਰਾ, ਕਲਮਾ ਪੜ੍ਹ ਕੇ ਛੁਰੀ ਚਲਾ ਕੇ, ਕਹਿੰਦੇ ਹਲਾਲ ਬਣ ਗਿਆ। ਹੁਣ ਕਹਿੰਦੇ ਵੀ ਖਾਣ ਯੋਗ ਹੋ ਗਿਆ। ਮਹਾਰਾਜ ਕਹਿੰਦੇ ਹੋਏ ਹਲਾਲ ਲੱਗੇ ਹੱਕ ਜਾਏ। ਫਿਰ ਜਦੋਂ ਹੱਕ ਨਾਮ ਹੈ ਸੱਚ ਦਾ, ਅਸੀਂ ਸੱਚ ਕਹਿ ਦਿੰਦੇ ਆ, ਫਾਰਸੀ 'ਚ ਹੱਕ ਕਹਿ ਦਿੰਦੇ ਸੱਚ ਨੂੰ। ਜਿਵੇਂ ਮਹਾਰਾਜ ਨੇ ਤਲੰਗ ਰਾਗ ਦੇ ਪਹਿਲੇ ਸ਼ਬਦ 'ਚ ਵੀ ਆਖਿਆ ਹੱਕਾ, ਉਥੇ ਹੱਕਾ ਕਿਹਾ ਸੱਚ ਨੂੰ, ਪਰਮੇਸ਼ਰ ਵਾਹਿਗੁਰੂ ਨੂੰ। ਹੱਕਾ ਕਬੀਰ ਕਰੀਮ ਤੋਂ ਬੇਅੈਬ ਪਰਵਦਗਾਰ। ਹੱਕ ਹੋਏ ਹਲਾਲ ਲੱਗੇ ਹੱਕ ਜਾਏ। ਜਦੋਂ ਹੱਕ ਨਾਲ ਲੱਗ ਜਾਵੇਗਾ ਨਾ, ਸੱਚ ਨਾਲ ਲੱਗ ਜਾਵੇਗਾ, ਸੱਚ ਨਾਲ ਜੁੜ ਜਾਵੇਗਾ, ਇਹੀ ਫਿਰ ਹਲਾਲ ਹੋਣਾ ਹੈ।
ਇਹ ਮਨ ਫਿਰ ਸੱਚ ਨਾਲ ਜੁੜ ਜਾਵੇਗਾ। ਨਾਨਕ ਦਰ ਦੀਦਾਰ ਸਮਾਏ। ਫਿਰ ਗਰੀਬ ਨਵਾਜ ਕਹਿੰਦੇ ਕਿ ਇਹ ਖੁਦਾ ਦੇ ਦਰ ਤੇ ਪਹੁੰਚ ਕਰਕੇ ਨਾ, ਦਰ ਨਾਮ ਦਰਵਾਜ਼ੇ ਦਾ, ਖੁਦਾ ਦੇ ਦਰ ਤੇ ਦਰਵਾਜ਼ੇ ਤੇ ਪਹੁੰਚ ਕੇ, ਦੀਦਾਰ ਨਾਮ ਹੈ ਦਰਸ਼ਨਾਂ ਦਾ, ਦਰਸ਼ਨ ਦਾ, ਪ੍ਰਭੂ ਦੇ ਦੀਦਾਰ ਦੇ ਵਿੱਚ ਸਮਾ ਜਾਵੇਗਾ, ਭੇਦ ਹੋ ਜਾਵੇਗਾ, ਖੁਦਾ ਦੇ ਦਰਸ਼ਨਾਂ ਦੇ ਵਿੱਚ ਲੀਨ ਹੋ ਜਾਵੇਗਾ। ਫਿਰ ਇਸ ਤਰ੍ਹਾਂ ਜੇ ਕੋਣਾ ਹੀ ਆ ਨਾ ਸੇਖ, ਜੇ ਹਲਾਲ ਹੀ ਕਰਨਾ ਤੇ ਮਨ ਨੂੰ ਕਰ, ਜੇ ਕੁੱਠਾ ਕਰਨਾ ਹੈ ਤੇ ਮਨ ਨੂੰ ਕੁੱਠਾ ਕਰ, ਮਨ ਨੂੰ ਕੋ, ਮਨ ਉੱਤੇ ਸੱਚ ਦੀ ਛੁਰੀ ਚਲਾ, ਇਹ ਸੱਚ ਦੀ ਛੁਰੀ ਨੂੰ ਸ਼ੁਭ ਗੁਣਾ ਰੂਪੀ ਮਿਆਨ ਵਿੱਚ ਰੱਖ, ਤੇ ਫਿਰ ਮਨ ਤੇਰਾ ਖੋਇਆ ਜਾਵੇਗਾ। ਮਨ ਨੂੰ ਤੂੰ ਖੋਂਦਾ ਨਹੀਂ, ਬੱਕਰਿਆਂ ਨੂੰ ਖੋਈ ਜਾਂਦਾ। ਮਹਾਰਾਜ ਸਾਹਿਬ ਨੇ ਅੰਤੀਵੀ ਦਿੱਤਾ ਸਾਰਾ ਉਪਦੇਸ਼। ਸਿੱਧ ਇੱਕ ਵਾਰੀ ਸ਼ਰਾਬ ਲੈ ਕੇ ਆ ਗਏ ਸੀ ਮਹਾਰਾਜ ਸਾਹਿਬ ਦੇ ਅੱਗੇ, ਕਹਿੰਦੇ ਜੀ ਲਾ ਲਓ ਥੋੜਾ ਥੋੜੀ, ਇਹਨੂੰ ਪੀ ਲਈਏ ਬੜਾ ਸਰੂਰ ਜਿਹਾ ਆ ਜਾਂਦਾ। ਉੱਥੇ ਫਿਰ ਸ਼ਰਾਬ ਦਾ ਹੀ ਉਪਦੇਸ਼ ਦਿੱਤਾ ਗੁਰੂ ਸਾਹਿਬ ਨੇ। ਕਹਿਣ ਲੱਗੇ ਆ ਬਾਹਰੀ ਸ਼ਰਾਬ ਨਹੀਂ, ਅੰਤਰੀਵੀ ਸ਼ਰਾਬ, ਨਾਮ ਦੀ ਸ਼ਰਾਬ, ਅਸੀਂ ਸੱਚ ਰੂਪੀ ਸ਼ਰਾਬ ਪੀਤੀ ਹੋਈ ਹੈ। ਗੱਲ ਤਾਂ ਸ਼ਰਾਬ ਦੀ ਕੀਤੀ, ਪਰ ਮਹਾਰਾਜ ਕਹਿੰਦੇ ਆ ਜਿਹੜੇ ਤੁਸੀਂ ਸੱਕ ਸੁੱਕ ਪਾ ਕੇ, ਗੁੜ ਜਿਹਾ ਪਾ ਕੇ ਕੱਢਦੇ, ਇਹ ਨਹੀਂ ਪੀਂਦੇ। ਇਹ ਤਾਂ ਸਵੇਰੇ ਪੀਂਦੇ ਹੋ, ਰਾਤ ਨੂੰ ਲੱਥ ਜਾਂਦੀ, ਰਾਤ ਨੂੰ ਪੀਂਦੇ ਹੋ, ਸਵੇਰ ਨੂੰ ਲੱਥ ਜਾਂਦੀ ਹੈ, ਫਿਰ ਢਿੱਲੇ ਜੇ ਤੁਰੇ ਫਿਰਦੇ ਜੇ। ਅਸੀਂ ਸੱਚ ਦੀ ਪੀਤੀ ਹੋਈ ਆ, ਸੱਚ ਨਾਲ ਜਿਹੜੇ ਜੁੜੇ। ਦੁਰਮਤ ਮਤ ਜੋ ਪੀਵਤੇ, ਬਿਖਲੀ ਪਤ ਕਮਲੀ, ਨਾਮ ਰਸਾਇਣ ਜੋ ਰਤੇ, ਨਾਨਕ ਸੱਚ ਅਮਲੀ। ਜਿਹੜੇ ਨਾਮ ਰਸਾਂ ਦੇ ਘਰ ਪਰਮੇਸ਼ਰ ਦਾ, ਇਹ ਸਭ ਤੋਂ ਵੱਡਾ ਨਸ਼ਾ ਹੈ, ਸਭ ਤੋਂ ਵੱਡਾ ਰਸ ਹੈ। ਅਸੀਂ ਨਾਮ ਦੇ ਨਾਲ ਜੁੜੇ ਹੋਏ ਹਾਂ, ਸੱਚੇ ਅਮਲੀ ਹਾਂ। ਤੋ ਮਹਾਰਾਜ ਸਾਹਿਬ ਨੇ ਅੰਤਰੀਵੀ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਕਹਿੰਦੇ ਫਿਰ ਪ੍ਰਭੂ ਦੇ ਦਰਸ਼ਨਾਂ ਦੇ ਵਿੱਚ ਲੀਨ ਹੋ ਜਾਂਦਾ ਹੈ। ਮਹੱਲਾ ਪਹਿਲਾ। ਗਰੀਬ ਨਵਾਜ ਸਤਿਗੁਰੂ ਜੀ ਅੱਗੇ ਹੋਰ ਸ਼ਲੋਕ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ। ਇੱਕ ਨੌਜਵਾਨ ਉਹ ਘੋੜੇ ਤੇ ਚੜਿਆ ਹੋਇਆ, ਤੇ ਉਹਨੇ ਨਾ ਬਹੁਤ ਘੋੜੇ ਨੂੰ ਟਪਾ ਰਿਹਾ ਸੀ, ਤੇ ਆਪਣੇ ਲੱਕ ਦੇ ਨਾਲ ਕਟਾਰ ਉਹਨੇ ਬੰਨੀ ਹੋਈ, ਕਮਰ ਕਸਾ ਲਾ ਕੇ ਕਟਾਰ ਬੰਨੀ ਹੋਈ, ਬੜਾ ਮਾਣ ਦੇ ਵਿੱਚ, ਹੰਕਾਰ ਦੇ ਵਿੱਚ। ਤੇ ਮਹਾਰਾਜ ਸਾਹਿਬ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਉਹ ਘੋੜਾ ਜਦੋਂ ਉਹ ਟਪਾਉਂਦਾ ਨੇੜੇ ਲਿਆਇਆ ਨਾ, ਤੇ ਉਹਨੇ ਭਾਈ ਮਰਦਾਨਾ ਜੀ ਦੇ ਦਲੱਤਾ ਮਾਰ ਦਿੱਤਾ ਘੋੜੇ ਨੂੰ। ਭਾਈ ਮਰਦਾਨਾ ਜੀ ਡਿੱਗ ਪਏ, ਤੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਸੰਬੋਧਨ ਹੋ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਉਸ ਮੌਕੇ ਦੇ ਉੱਤੇ ਇਹ ਸ਼ਲੋਕ ਉਚਾਰਨ ਕੀਤਾ। ਜਿਹੜਾ ਘੋੜੇ ਤੇ ਉੱਤੇ ਚੜਿਆ ਹੋਇਆ ਸੀ, ਉਹਨੂੰ ਹੰਕਾਰ ਬੜਾ ਸੀ, ਹੰਕਾਰ ਦੇ ਨਾਲ ਘੋੜੇ ਨੂੰ ਭਜਾਉਂਦਾ ਸੀ। ਤਾਂ ਮਹਾਰਾਜ ਸਾਹਿਬ ਜੀ ਨੇ ਉਸ ਮੌਕੇ ਤੇ ਇਹ ਪਵਿੱਤਰ ਸ਼ਲੋਕ ਉਚਾਰਿਆ। ਕਮਰ ਕਟਾਰਾ ਬੰਕੋੜਾ। ਮਹਾਰਾਜ ਕਹਿੰਦੇ ਤੂੰ ਆਪਣੀ ਕਮਰ ਦੇ ਨਾਲ ਕਟਾਰਾ, ਕਟਾਰ ਰੂਪੀ ਜਿਹੜਾ ਸ਼ਸਤਰ ਹੈ, ਹਥਿਆਰ ਹੈ, ਬੰਕੋੜਾ ਨਾਮ ਹੈ ਸੁੰਦਰ ਦਾ, ਸੋਹਣਾ, ਆਪਣੀ ਕਮਰ ਦੇ ਨਾਲ, ਕਮਰ ਕੱਸੇ ਦੇ ਵਿੱਚ, ਲੱਕ ਦੇ ਨਾਲ ਕਟਾਰ ਰੂਪੀ ਸੁੰਦਰ ਸ਼ਸਤਰ ਬੰਨਿਆ ਹੋਇਆ ਹੈ। ਬੰਕੇ ਕਾ ਅਸਵਾਰ। ਤੇ ਬੰਕੇ ਸੋਹਣੇ ਘੋੜੇ ਦਾ ਤੂੰ ਅਸਵਾਰ ਹੋ ਰਿਹਾ ਹੈ। ਗਰਭ ਨਾ ਕੀਜੈ ਨਾਨਕਾ। ਪਰ ਤੈਨੂੰ ਇਸ ਤਰ੍ਹਾਂ ਲੱਕ ਨਾਲ ਕਟਾਰ ਬੰਨ ਕੇ ਘੋੜੇ ਤੇ ਸਵਾਰ ਹੋ ਕਰਕੇ ਗਰਭ ਨਹੀਂ ਕਰਨਾ ਚਾਹੀਦਾ। ਗਰਭ ਨਾਮ ਹੰਕਾਰ ਦਾ, ਹੰਕਾਰ ਨਾ ਕਰਨਾ ਚਾਹੀਦਾ ਹੈ। ਮਤ ਸਿਰਿਆ ਮੈਂ ਭਾਰ। ਕੋਈ ਪਤਾ ਨਹੀਂ ਹੁੰਦਾ ਵੀ ਤੂੰ ਸਿਰ ਭਾਰ ਵੀ ਆ ਜਾਵੇ ਉਤੋਂ ਘੋੜੇ ਤੋਂ। ਹੁਣ ਤਾਂ ਤੂੰ ਘੋੜੇ ਤੇ ਚੜਿਆ, ਐਸਾ ਨਹੀਂ ਵੀ ਘੋੜਾ ਤੈਨੂੰ ਥੱਲੇ ਸੁੱਟ ਕੇ ਆਪ ਹੀ ਨਾ ਉੱਤੇ ਆ ਜਾਵੇ। ਹੰਕਾਰ ਨਹੀਂ ਕਰੀਦਾ ਹੁੰਦਾ ਹੈ, ਮਤਾ ਤੂੰ ਸਿਰ ਭਾਰ ਆ ਜਾਵੇਂ ਥੱਲੇ। ਇੰਨਾ ਬਚਨ ਕਹਿਰ ਦੀ ਦੇਰ ਸੀ, ਉਹ ਜਿਹੜਾ ਟਪਾਉਂਦਾ ਫਿਰਦਾ ਸੀ ਨਾ ਘੋੜਾ ਸੀ, ਪਰ ਹੋਇਆ ਤੇ ਉੱਤੇ ਘੋੜੇ ਤੇ ਜਿਹੜਾ ਸਵਾਰ ਸੀ ਉਹ ਥੱਲੇ ਪਿਆ, ਉਹ ਥੱਲੇ ਵੱਜਾ ਤੇ ਘੋੜਾ ਇੱਕ ਪਾਸੇ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਹੰਕਾਰ ਨਾ ਕਰ, ਇਹ ਘੋੜਾ ਤੈਨੂੰ ਥੱਲੇ ਵੀ ਸੁੱਟ ਸਕਦਾ, ਉਹ ਥੱਲੇ ਡਿੱਗ ਪਿਆ ਸੀ। ਤੇ ਇਹਦੇ ਤੋਂ ਮਹਾਰਾਜ ਨੇ ਸਿੱਖਿਆ ਇਹ ਦਿੱਤੀ ਕਿ ਭਾਈ ਜੇ ਘੋੜੇ ਦੀ ਸਵਾਰੀ ਕਰੀਏ, ਕੱਲੇ ਘੋੜੇ ਦੀ ਨਹੀਂ, ਗੱਡੀ ਦੀ ਸਵਾਰੀ, ਮੋਟਰਸਾਈਕਲ ਦੀ ਸਵਾਰੀ, ਭਾਵੇਂ ਹਵਾਈ ਜਹਾਜ਼ ਦੀ ਸਵਾਰੀ ਕਰ ਲਾ, ਪਰ ਹੰਕਾਰ ਨਾ ਕਰ ਵੀ ਮੈਂ ਗੱਡੀ ਤੇ ਚੜਿਆ ਜਾਂਦਾ ਵਾਂ। ਸਿਰ ਭਾਰ ਵੀ ਆ ਸਕਦਾ, ਥੱਲੇ ਡਿੱਗ ਵੀ ਸਕਦਾ। ਕਈ ਵਾਰੀ ਐਸਾ ਹੁੰਦਾ ਨਾ ਵੀ ਗੱਡੀ ਵਾਲਾ ਜਿਹੜਾ ਵਾ ਉਹ ਵਹਿੰਦਾ ਹੀ ਨਹੀਂ ਸੱਜੇ ਖੱਬੇ, ਭਾਵੇਂ ਦੂਜੇ ਨੂੰ ਲਬੇੜ ਕੇ ਹੀ ਲੰਘ ਜਾਵੇ। ਜਿੱਥੇ ਪਾਣੀ ਪੂਣੀ ਖਲੋਤਾ ਹੁੰਦਾ ਸਗੋਂ ਰੇਸ ਦੇ ਕੇ ਲੰਘਾਉਂਦੇ, ਦੂਜੇ ਦੇ ਭਾਵੇਂ ਉੱਤੇ ਛਿੱਟਾਂ ਹੀ ਪੈ ਜਾਣ।
ਮਹਾਰਾਜ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਤੂੰ ਹੰਕਾਰ ਨਾ ਕਰ ਵੀ ਮੈਂ ਗੱਡੀ ਤੇ ਚੜਿਆ ਫਿਰਦਾ, ਮੈਂ ਘੋੜੇ ਤੇ ਚੜਿਆ ਫਿਰਦਾ, ਕਿਉਂਕਿ ਉਦੋਂ ਘੋੜਾ ਸੀ। ਜੇ ਅੱਜ ਕੱਲ ਮਹਾਰਾਜ ਉਚਾਰਦੇ ਬਚਨ ਤੇ ਗੱਡੀ ਦਾ ਵੀ ਜ਼ਿਕਰ ਕਰ ਦੇਣਾ ਸੀ ਗੁਰੂ ਸਾਹਿਬ ਨੇ, ਕਿ ਸਿਰ ਭਾਰ ਵੀ ਆ ਸਕਦਾ ਹੈ ਥੱਲੇ। ਇਸੇ ਤਰ੍ਹਾਂ ਇਸ ਸ਼ਲੋਕ ਵਿੱਚ ਅੰਤਰੀਵੀ ਭਾਵ ਹੋਰ ਵੀ ਅਰਥ ਰੱਖਿਆ ਹੈ। ਫੇਰ ਦੁਬਾਰਾ ਇਹੀ ਸ਼ਲੋਕ ਪੜ੍ਹੀਏ। ਮਹਾਰਾਜ ਸਾਹਿਬ ਕਹਿੰਦੇ ਕਿ ਤੇਰੀ ਬੁੱਧੀ ਰੂਪੀ ਕਮਰ ਦੇ ਵਿੱਚ ਗਿਆਨ ਰੂਪੀ ਸ਼ਸਤਰ ਹੈ ਬੜਾ ਸੋਹਣਾ, ਭਾਵ ਤੂੰ ਵਿਦਿਆ ਪੜ੍ਹੀ ਹੋਈ ਵਿਦਵਾਨ ਬਣਿਆ ਹੈ, ਤੇ ਸੋਹਣੇ ਘੋੜੇ ਦਾ ਤੂੰ ਅਸਵਾਰ ਹੈ। ਗੁਰਬਾਣੀ ਅੰਦਰ ਸਾਡੀ ਦੇਹ ਨੂੰ ਘੋੜੀ ਵੀ ਆਖਿਆ, ਦੇਹ ਘੋੜੀ ਚੜ੍ਹ ਹਰ ਪਾਇਆ ਰਾਮ। ਤੂੰ ਇਹ ਸਰੀਰ ਰੂਪੀ ਸੋਹਣੇ ਘੋੜੇ ਦਾ ਸਵਾਰ ਹੈ, ਭਾਵ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਤੇ ਤੇਰੀ ਬੁੱਧੀ ਰੂਪੀ ਕਮਰ ਦੇ ਵਿੱਚ ਲੱਕ ਦੇ ਨਾਲ ਗਿਆਨ ਰੂਪੀ ਸ਼ਸਤਰ ਵੀ ਤੂੰ ਆਪਣੀ ਬੁੱਧੀ ਦੇ ਵਿੱਚ ਭਾਵ ਵਿਦਿਆ ਪੜ੍ਹ ਕੇ ਗਿਆਨ ਵੀ ਹਾਸਲ ਕੀਤਾ ਹੈ। ਤੇ ਬਹੁਤਾ ਵਿਦਵਾਨ ਬਣ ਕੇ, ਪੰਡਤ ਬਣ ਕੇ, ਸਿਆਣਾ ਬਣ ਕੇ ਤੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੈ। ਮਤਾ ਤੂੰ ਸਿਰ ਭਾਰ ਆ ਜਾਵੇਂ। ਅੱਜ ਤੇ ਤੂੰ ਇਹ ਮਨੁੱਖਾ ਦੇਹ ਰੂਪੀ ਘੋੜੀ ਤੇ ਸਵਾਰ ਹੈ ਨਾ, ਤੇ ਜੇ ਹੰਕਾਰ ਕਰੇਗਾ ਤੇ ਸਿਰ ਭਾਰ ਵੀ ਆ ਸਕਦਾ। ਮਾਤਾ ਦੇ ਗਰਭ ਦੇ ਵਿੱਚ ਸਿਰ ਹੇਠਾਂ ਨੂੰ ਹੁੰਦਾ ਤੇ ਪੈਰ ਉੱਪਰ ਨੂੰ ਹੁੰਦੇ ਆ, ਪੁੱਠਾ ਵੀ ਲਟਕ ਸਕਦਾ। ਭਾਵ ਇਹ ਵਿਦਿਆ ਜਿਹੜੀ ਹੰਕਾਰ ਦਾ ਕਾਰਨ ਬਣ ਕੇ ਤੇ ਜਨਮ ਮਰਨ ਦਾ ਕਾਰਨ ਵੀ ਬਣ ਸਕਦੀ ਹੈ। ਤੂੰ ਸਿਰ ਭਾਰ ਵੀ ਆ ਸਕਦਾ ਹੈ, ਤੇ ਫਿਰ ਸਿਰ ਤੇਰਾ ਹੇਠਾਂ ਨੂੰ ਹੋਣਾ, ਪੈਰ ਉੱਪਰ ਨੂੰ ਹੋਣੇ ਆ, ਜੰਮਣ ਮਰਨ ਦਾ ਕਾਰਨ ਵੀ ਬਣ ਜਾਵੇਗਾ। ਪੜਿਆ ਮੂਰਖ ਆਖੀਏ ਜਿਸ ਲੱਭ ਲੋ ਅਹੰਕਾਰਾ। ਉਹ ਹੰਕਾਰ ਜਿਹੜਾ ਹੈ ਉਹ ਵਾਰ-ਵਾਰ ਤੈਨੂੰ ਜਨਮ ਮਰਨ ਵੀ ਦਵਾ ਸਕਦਾ ਹੈ। ਤੂੰ ਸਿਰ ਭਰਨੇ ਵੀ ਹੋ ਸਕਦਾ ਹੈ, ਜੂਨਾਂ ਵਿੱਚ ਵੀ ਪੈ ਸਕਦਾ ਹੈ। ਪੌੜੀ 'ਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਜਿਹੜਾ ਭਾਈ ਸਤ ਸੰਗਤ ਵਿੱਚ ਮਿਲਦਾ ਹੈ, ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਮਿਲਦਾ ਹੈ, ਜਿਸ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ, ਗੁਰੂ ਕੇ ਸ਼ਬਦ ਦਾ ਧਾਰਨੀ ਹੁੰਦਾ ਹੈ, ਉਹ ਸਤ ਸੰਗਤ ਵਿੱਚ ਮਿਲ ਕੇ ਰਹਿੰਦਾ ਹੈ। ਤੇ ਜੋ ਫਿਰ ਗੁਰੂ ਕੇ ਸ਼ਬਦ ਨਾਲ ਮਿਲ ਜਾਂਦਾ ਹੈ ਉਹ ਗੁਰਮੁਖ ਹੋ ਜਾਂਦਾ ਹੈ, ਗੁਰਮੁਖਤਾਈ ਦੇ ਮਾਰਗ ਵਿੱਚ ਚੱਲਦਾ ਹੈ। ਜੋ ਸੱਚੇ ਨੂੰ ਧਿਆਉਂਦੇ ਹਨ ਉਹ ਸੱਚੇ ਜੀਵਨ ਆਚਰਨ ਵਾਲੇ ਹੋ ਜਾਂਦੇ ਹਨ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ, ਬੁੱਧੀ ਰੂਪੀ ਪੱਲੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਧਨ ਰੂਪੀ ਖਰਚਾ ਹੈ, ਖਰਚਣ ਵਾਸਤੇ। ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤ ਸੋਭਾ ਪਾਉਂਦੇ ਲੋਕ ਪਰਲੋਕ ਵਿੱਚ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ। ਜੋ ਅਚਲ ਨਹੀਂ ਚਲਾਇਮਾਨ ਹੋਣ ਵਾਲੀ ਗੁਰੂ ਕੀ ਮੱਤ ਹੈ ਉਸ ਦੇ ਧਾਰਨੀ ਹੋਏ ਹਨ। ਗੁਰੂ ਦੀ ਮੱਤ ਲੈ ਕਰਕੇ ਉਹਨਾਂ ਨੇ ਅਚਲ ਪਦਵੀ ਪ੍ਰਾਪਤ ਕੀਤੀ ਹੈ। ਵੈਰਾਗ ਰੂਪੀ ਰਤਨ, ਵਿਵੇਕ ਰੂਪੀ ਵਿਚਾਰ ਉਹਨਾਂ ਦੇ ਮਨ ਵਿੱਚ ਇਹ ਉਪਦੇਸ਼ ਵਸਿਆ ਹੈ। ਗੁਰੂ ਕੇ ਸ਼ਬਦ ਵਿੱਚ ਜੁੜ ਕਰਕੇ ਭਲੇ ਜੀਵਨ ਵਾਲੇ, ਸ੍ਰੇਸ਼ਟ ਜੀਵਨ ਵਾਲੇ ਹੋ ਗਏ। ਆਪ ਹੀ ਪ੍ਰਭੂ ਜੀ ਆਪਣੇ ਸ਼ਬਦ ਨਾਲ ਆਪਣੀ ਸੰਗਤ ਦੇ ਮੇਲ ਵਿੱਚ ਮਿਲਾਉਂਦੇ ਹਨ। ਆਪ ਹੀ ਆਪਣੀ ਅਭੇਦਤਾ, ਆਪਣੀ ਪ੍ਰਾਪਤੀ ਰੂਪੀ ਵਡਿਆਈ ਦਿੰਦੇ ਹਨ। ਇਸ ਕਰਕੇ ਭਾਈ ਕਹਿਣਾ ਚਾਹੀਦਾ ਹੈ ਅਸਚਰਜ ਹੈ, ਅਸਚਰਜ ਹੈ, ਧੰਨ ਹੈ, ਧੰਨ ਹੈ ਤੂੰ ਸੱਚੇ ਪਾਤਸ਼ਾਹ। ਤੂੰ ਸੱਚੀ ਮਹਿਮਾ ਵਾਲਾ ਹੈ, ਤੂੰ ਆਪ ਵੀ ਸੱਚਾ ਹੈ, ਤੇਰੀ ਮਹਿਮਾ ਵੀ ਸੱਚੀ ਹੈ, ਸੋਭਾ ਵੀ ਸੱਚੀ ਹੈ। 19ਵੀਂ ਪੌੜੀ ਸ਼ਲੋਕਾਂ ਸਹਿਤ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਆਪੇ ਮੇਲ ਮਿਲਾਏਗਾ, ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।